वाहिगुरू जी। पढ़ो जी पाठ। ਇੱਥੇ ਤੱਕ ਹੋ ਗਿਆ ਸੀ महाराज सुखदेव लिखते हैं भी हुण मैं तेनों वो ज्ञान दसांगा जिहड़ा महाराज कृष्ण जी ने अर्जन नूं दस्सिया सीगा। क्योंकि जदों 4 साधना दे सहित सिख हो जाए उस वेले फिर उन्होंने गुरु उपदेश देंदे ने। वह कहत हूँ जो कोई अर्जन सो गोपाल। इस तो अगे पाठ शुरू करिए आप। दोहरा साम वेद के वचन है साम वेद दे वचन ਹਨ। तत्वं अस्पद तीन तत् तवं अस तत्मसी ਇਹ ਮਹਾਂਵਾਕ ਹੈ ਵੇਦ ਦੇ ਵਿੱਚ। ਸ਼ਾਮ ਵੇਦ ਵਿੱਚ 4 ਵੇਦਾਂ ਦੇ ਵਿੱਚ 4 ਹੀ ਮਹਾਂਵਾਕ ਹੁੰਦੇ ਆ ਜਿਨ੍ਹਾਂ ਚੋਂ ਸ਼ਾਮ ਵੇਦ ਦਾ ਜਿਹੜਾ ਉਹ ਆਉਂਦਾ ਤਤਮਸੀ। तत्वमसी तत् तवं असी। तीन पद ने। शाम वेद के वचन हैं तत् तवं अस पद 3 पद ने। जानो इनके अर्थ जिन। जिस बंदे ने 3 पदों के तत् तवं असी दे तत्वमसी दे वाक दे अर्थ जान लए ने लहो सार तिन चीन उन्हें समझो सार नूं चीन लिया जान लिया ਉਹਨੂੰ ਗਿਆਨ ਹੋ ਗਿਆ ਸਾਰਾ। टीका तत्वं और असी यह 3 पद शाम वेद के वचन हैं। जिन्होंने इसके अर्थ को जाना है तीनों ने सार वस्तु को पहचान लिया है। ਜਿਹੜੀ ਸਾਰ ਵਸਤੂ ਹੈ ਤਤ ਆਤਮਾ ਸਰੂਪ ਹੈ ਉਹਨੂੰ ਜਾਣ ਲਿਆ ਜਿਨ੍ਹਾਂ ਨੇ ਇਹਨਾਂ ਨੂੰ ਤਿੰਨਾਂ ਨੂੰ ਜਾਣ ਲਿਆ ਹੈ। ਮਰਹਟਾ ਛੰਦ ਤਤਪਦ ਈਸ਼ ਜੀਵ ਤਵੰ ਪਦ ਹੈ ਅਸੀਂ ਪਦ ਬ੍ਰਹਮ ਕਹਾਵੈ। ਇਹਨਾਂ ਜਿਹੜਾ ਤਤਪਦ ਹੈ ਉਹ ਈਸ਼ਵਰ ਦਾ ਵਾਚਕ ਹੈ। ਤਤ ਦਾ ਅਰਥ ਹੁੰਦਾ ਉਹ ਦੈਟ ਜਿਹੜਾ ਦੂਰ ਹੋਵੇ ਤੇ ਤਵੰ ਅਰਥ ਹੁੰਦਾ ਤੂੰ ਜਿਹੜਾ ਨੇੜੇ ਬੈਠਾ। ਇੱਕ ਉਹ ਬੈਠਾ ਇੱਕ ਤੂੰ ਬੈਠਾ ਤੇ ਆਸਪਦ ਦਾ ਅਰਥ ਹੁੰਦਾ ਹੈ। ਆਸਪਦ ਹੈ ਉਹ ਹੈ ਤੂੰ ਹੈ। ਹਾਂਜੀ ਇਹ ਹੈ ਜਿਹੜਾ ਦੋਵਾਂ ਨਾਲ ਲੱਗਦਾ। ਤਤ ਪਦ ਨਾਲ ਜਦੋਂ ਲੱਗਦਾ ਈਸ਼ਵਰ ਹੈ। ਜਦੋਂ ਤਵੰਗ ਪਦ ਨਾਲ ਲੱਗਦਾ ਉਦੋਂ ਜੀਵ ਹੈ। ਪਰ ਜਦੋਂ ਇੱਦਾਂ ਲੱਗਦਾ ਵੀ ਤਤ ਤਵੰਗ ਹੈ ਉਹ ਤੂੰ ਹੈ ਅਰਥ ਸਪਸ਼ਟ ਹੋ ਜਾਂਦਾ ਹੈ। ਕਹਿੰਦੇ ਵੀ ਇਹਦੇ 'ਚ ਤਤ ਪਦ ਈਸ਼ ਤਤ ਪਦ ਈਸ਼ ਦਾ ਵਾਚਕ ਹੈ। ਤਵੰਗ ਪਦ ਜੀਵ ਦਾ ਵਾਚਕ ਹੈ। ਅਸਪਦ ਬ੍ਰਹਮ ਦਾ ਵਾਚਕ ਹੈ। ਕਿ ਬ੍ਰਹਮ ਤਾਂ ਹੈ। ਜੇ ਰੱਸੀ ਹੈ ਤਾਂ ਵੀ ਹੈ ਜੇ ਸੱਪ ਹੈ ਤਾਂ ਵੀ ਹੈ ਨੇ ਰਹਿਣਾ। ਠੀਕ ਹੈ ਇਸ ਕਰਕੇ ਚਲੋ। ਮਾਇਆ ਤੇ ਯਹ ਭੇਦ 3 ਹਵੈ ਇੱਕ ਵੇਦ ਬਤਾਵੈ। ਮਾਇਆ ਕਰਕੇ 3 ਭੇਦ ਹੁੰਦੇ ਨੇ ਤਤ ਤਵੰਗ ਅਸੀ ਦੇ। ਹੈ ਇੱਕੋ ਹੀ ਹੈ। ਮਾਇਆ ਕਰਕੇ ਜੀਵ ਈਸ਼ ਤੇ ਬ੍ਰਹਮ ਦਾ ਭੇਦ ਲੱਗਦਾ। ਮਾਇਆ ਕਰਕੇ ਸਾਨੂੰ ਇੱਦਾਂ ਲੱਗਦਾ ਵੀ ਈਸ਼ਵਰ ਕੋਈ ਹੋਰ ਹੈ ਜੀਵ ਕੋਈ ਹੋਰ ਹੈ ਬ੍ਰਹਮ ਕੋਈ ਹੋਰ ਹੈ ਮਾਇਆ ਕੋਈ ਹੋਰ ਹੈ ਜਗਤ ਕੁਛ ਹੋਰ ਹੈ। ਜਦੋਂ ਵੇਦ ਦਾ ਵਿਚਾਰ ਕਰਾਂਗੇ ਫਿਰ ਇੱਕ ਤੇ ਹੀ ਗੱਲ ਮੁੱਕਦੀ ਹੈ ਸਾਰੀ। ਸਿੱਖਿਓ ਵਾਚ ਕਹੋ ਗੁਰੂ ਜੀ ਏਕ ਬ੍ਰਹਮ ਤੇ 3 ਭੇਦ ਕਿਉਂ ਭਾਖੈ। ਇਹ ਗੁਰੂ ਜੀ ਇਹ ਦੱਸੋ ਵੀ ਇੱਕ ਬ੍ਰਹਮ ਤੋਂ 3 ਭੇਦ ਕਿਉਂ ਹੋ ਗਏ ਨੇ। ਕਿਉਂ ਕਿਹਾ ਜਾਂਦਾ ਵੀ 3 ਨੇ ਜਦੋਂ ਕਿ ਇੱਕ ਹੈ। ਹਾਂਜੀ ਕੈਸੇ ਭਏ ਕੌਣ ਕੇ ਕੀਨੇ ਕੌਣ ਰੂਪ ਅਭਿਲਖ ਹੈ। ਕਿਵੇਂ ਹੋ ਗਏ ਨੇ ਕਿਸ ਨੇ ਕੀਤੇ ਨੇ ਇਹਦਾ ਰੂਪ ਕੀ ਹੈ ਇਹਨੂੰ ਜਾਣਨ ਦੀ ਮੇਰੀ ਅਭਿਲਾਸ਼ਾ ਹੈ ਇੱਛਾ ਹੈ। टीका तद पद का वाच्य अर्थ ईश्वर है और तू पद का वाच्य अर्थ जीव है। का वाच्य अर्थ जीव है। अस्पद ब्रह्म कहावै है। यह 3 भेद माया से प्रतीत हो गए हैं परंतु वेद तो एको ही ब्रह्म को बतावा है। सिख कहता है कि हे गुरु जी एक ब्रह्म से 3 भेद क्यों कहे हैं। यह भेद कैसे पए हैं अतएव किसने किए हैं इनों का कौन रूप है यह जानने की मेरी अभिलाषा इच्छा है। श्री गुरुवाच
ਏਕ ਬ੍ਰਹਮ ਚੇਤਨ ਅਖੰਡਤ ਤਾਤੇ ਉਪਜੀ ਇੱਛਾ। ਇੱਕ ਗੁਰੂ ਜੀ ਦੱਸਦੇ, ਉਹ ਕਹਿੰਦੇ ਇੱਕ ਬ੍ਰਹਮ ਚੇਤਨ ਜੋ ਆਪਣੇ ਆਪ ਨੂੰ ਵੀ ਜਾਣਦਾ, ਦੂਸਰੇ ਨੂੰ ਵੀ ਜਾਣਦਾ, ਉਹਨੂੰ ਚੇਤਨ ਕਹਿੰਦੇ। ਜੋ ਬ੍ਰਹਮ ਚੇਤਨ ਹੈ ਅਖੰਡ, ਉਹਦੇ ਵਿੱਚ ਕੋਈ ਖੰਡ ਜਾਂ ਟੋਟੇ ਨਹੀਂ ਹੈਗੇ। ਮਤਲਬ ਇਹ ਜਿਵੇਂ ਹਰ ਚੀਜ਼ ਦੇ ਦੁਨੀਆ 'ਚ ਟੋਟੇ ਨੇ, ਧਰਤੀ ਦੇ ਵੀ ਟੋਟੇ ਨੇ, ਅਤੇ ਹਰ ਚੀਜ਼ ਨੂੰ ਆਪਾਂ ਵੰਡਿਆ ਹੋਇਆ ਹੈ ਨਾ। ਬ੍ਰਹਮ ਦੇ ਵਿੱਚ ਅਖੰਡ ਆ, ਉਹ 'ਚ ਟੋਟੇ ਨਹੀਂ ਹੈਗੇ। ਉਹ ਸਭ ਦੇ ਅੰਦਰ ਦੀ ਜਾਣਨ ਵਾਲਾ, ਸਭ ਨੂੰ ਚੇਤਨ ਸਰੂਪ ਚੇਤਨ ਕਰਨ ਵਾਲਾ। ਉਸ ਬ੍ਰਹਮ ਦੇ ਅੰਦਰ ਤਾਂ ਤੇ ਉਸ ਤੋਂ ਇੱਛਾ ਪੈਦਾ ਹੋਈ। ਉਹ ਜਿਵੇਂ ਆਉਂਦਾ ਨਾ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਬ੍ਰਹਮ ਵਿੱਚ ਵੀ ਵੇਦਾਂ ਵਿੱਚ ਵੀ ਆਉਂਦਾ ਹੈ ਕਿ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ। ਏਕੋ ਹੋਂ ਬਹੁ ਸ਼ਿਆਮਾ, ਕਿ ਮੈਂ ਇੱਕ ਤੋਂ ਬਹੁਤ ਰੂਪ ਹੋ ਜਾਵਾਂ, ਇਹ ਇੱਛਾ ਹੋਈ। ਕੁਰਾਨ ਵਿੱਚ ਵੀ ਕਹਿੰਦੇ ਨੇ ਵੀ ਖੁਦਾ ਨੇ ਕਿਹਾ ਕੌਣ ਮੈਨੇ ਬਣ ਜਾ, ਹੋ ਜਾ, ਤੇ ਬਣ ਗਿਆ। ਜਪਜੀ ਸਾਹਿਬ 'ਚ ਵੀ ਮਹਾਰਾਜ ਨੇ ਕੀਤਾ ਪਸਾਓ ਏਕੋ ਕਵਾਓ ਲਿਖਤਾ। ਬਾਈਬਲ ਦੇ ਵਿੱਚ ਯਹੂਨਾ ਨੇ ਲਿਖਿਆ ਕਿ ਆਦਿ ਮੇਂ ਸ਼ਬਦ ਥਾ। ਸ਼ਬਦ ਮੈਨੇ ਕੋ ਸਾਊਂਡ, ਆਵਾਜ਼, ਧੁਨੀ। ਜਿਹੜੇ ਹੁਣ ਉਹ ਬਿਗ ਬੈਂਗ ਕੀ ਕਹਿੰਦੇ ਉਹਨੂੰ ਥਿਊਰੀ, ਬਿਗ ਬੈਂਗ ਥਿਊਰੀ, ਉਹ ਵੀ ਜਿਹੜੀ ਹੈ ਉੱਥੇ ਹੀ ਆ ਕੇ ਗੱਲ ਮੁੱਕਦੀ ਪਈ ਹੈ ਕਿ ਸਾਊਂਡ ਹੀ ਹੋਇਆ ਸੀ। ਓਂਕਾਰ ਬ੍ਰਹਮਾ ਉਤਪਾਤ, ਓਂਕਾਰ ਕੀਆ ਜਨ ਚਿਤ, ਓਂਕਾਰ ਸੈਲ ਜੁਗ ਪਏ, ਓਂਕਾਰ ਵੇਦ ਨਿਰਮਏ। ਉਹ ਜਿਹੜੀ ਬਿਗ ਬੈਂਗ ਥਿਊਰੀ ਹੈ, ਉਹ ਓਂਕਾਰ ਦੀ ਸਾਊਂਡ ਹੀ ਹੈ। 10ਵੇਂ ਪਾਤਸ਼ਾਹ ਕਹਿੰਦੇ ਨੇ ਉਹ ਤਾਂ ਤੇ ਪਈ ਸ੍ਰਿਸ਼ਟੀ ਹੈ ਸਾਰੀ ਜੀ, ਓਂਕਾਰ ਤੋਂ ਹੀ ਸਾਰੀ ਸ੍ਰਿਸ਼ਟੀ ਬਣੀ ਹੈ। ਤੋ ਏਕ ਬ੍ਰਹਮ ਚੇਤਨ ਅਖੰਡਤ, ਇੱਕ ਬ੍ਰਹਮ ਚੇਤਨ ਅਖੰਡਤ ਸੀ, ਤਾਂ ਤੇ ਉਪਜੀ ਇੱਛਾ। ਉਸ ਬ੍ਰਹਮ ਤੋਂ ਇੱਛਾ ਪੈਦਾ ਹੋਈ। ਇੱਛਾ ਇਹ ਸੀ ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ। ਇੱਕ ਸੀਗਾ ਇਕੱਲਾ, ਤਾਂ ਉਹ ਅਨੇਕ ਰੂਪ ਧਾਰਨ ਕਰ ਲਏ। ਤਾਹੀ ਕੋ ਮਾਇਆ ਕਹੀਅਤ ਹੈ, ਨੀਕੇ ਸੁਣਿਓ ਸਿੱਛਾ। ਉਸ ਇੱਛਾ ਨੂੰ ਹੀ ਮਾਇਆ ਕਹਿੰਦੇ ਨੇ। ਮਾਇਆ ਕੀ ਚੀਜ਼ ਹੈ ਜੇ ਕੋਈ ਪੁੱਛੇ, ਤਾਂ ਬ੍ਰਹਮ ਦੀ ਜੋ ਏਕ ਤੋਂ ਅਨੇਕ ਹੋਣ ਦੀ ਇੱਛਾ ਹੈ, ਉਹੀ ਮਾਇਆ ਹੈ। ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਉਸੇ ਨੂੰ ਹੀ ਮਾਇਆ ਕਹਿੰਦੇ ਨੇ, ਜਿਹੜੀ ਉਹਦੀ ਕਾਲ ਪੁਰਖ ਦੇ ਮਨ ਦੀ ਇੱਛਾ ਹੈ ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ। ਬ੍ਰਹਮ ਦੀ ਮਾਇਆ, ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ। ਹਾਂਜੀ, ਮਾਂ ਮਾਇਆ ਤਾਂ ਕੀ ਹੈ ਛਾਇਆ, ਕਿੰਨੇ ਗੁਰਬਾਣੀ 'ਚ ਪ੍ਰਮਾਣ ਨੇ। ਉਸੇ ਨੂੰ ਮਾਇਆ ਕਹਿੰਦੇ ਨੇ। ਹੇ ਸਿੱਖ, ਭਲੀ ਪ੍ਰਕਾਰ ਨਾਲ ਸੁਣ। ਮਾਇਆ ਜੜ ਚੇਤਨ ਬ੍ਰਹਮ ਕੋ ਤਾਮੇ ਵਯੋ ਅਭਾਸ਼। ਮਾਇਆ ਜੜ ਸੀਗੀ, ਤੇ ਜੜ ਜਿਹੜੀ ਆ ਉਹ ਕਿਰਿਆ ਨਹੀਂ ਕਰ ਸਕਦੀ। ਜੜ ਕੁਛ ਨਹੀਂ ਕਰਦੀ। ਚੇਤਨ ਦਾ ਮਤਲਬ ਵਿੱਚ ਪ੍ਰਤੀਬਿੰਬ ਪਏਗਾ, ਉਹ ਚੇਤਨ ਵਰਗੀ ਹੋਵੇਗੀ, ਤਾਂ ਉਹ ਕਿਰਿਆ ਕਰੇਗੀ। ਮਤਲਬ ਜਿਵੇਂ ਪੱਥਰ ਪਿਆ, ਉਹ ਪਿਆ ਕੁਛ ਨਹੀਂ ਕਰ ਸਕਦਾ, ਹੈ ਨਾ। ਇੱਦਾਂ ਹੀ ਜੇ ਮਤਲਬ ਮਾਇਆ ਪਈ ਆਪਣੇ ਆਪ ਇਕੱਲੀ, ਕੁਛ ਨਹੀਂ ਕਰ ਰਹੀ। ਮਾਇਆ ਜੜ ਸੀ। ਚੇਤਨ ਬ੍ਰਹਮ ਦਾ ਉਹਦੇ 'ਚ ਤਾਮੇ ਪਇਓ ਅਭਾਸ, ਉਹਦੇ ਵਿੱਚ ਅਭਾਸ ਪ੍ਰਤੀਬਿੰਬ, ਰਿਫਲੈਕਸ਼ਨ ਪਿਆ। ਰਿਫਲੈਕਸ਼ਨ ਪੈਣ ਕਰਕੇ ਫਿਰ ਕੀ ਹੋਇਆ? ਸਤ ਰਜ ਤਮ ਤੀਨੋਂ ਉਪਜਾਏ, ਤਿੰਨ ਤੇ ਦ્વੈਤ ਬਿਲਾਸ਼। ਉਹ ਜੋ ਮਾਇਆ ਦੇ 3 ਗੁਣ ਪੈਦਾ ਹੋਏ, ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ। ਸਤੋ ਗੁਣ ਪੈਦਾ ਹੋਇਆ ਵਿਸ਼ਨੂੰ ਜਿਹਨੂੰ ਕਹਿ ਦਿੰਦੇ ਆ। ਰਜੋ ਗੁਣ ਪੈਦਾ ਹੋਇਆ ਜਿਹਨੂੰ ਬ੍ਰਹਮਾ ਕਹਿ ਦਿੰਦੇ ਆ। ਤਮੋ ਗੁਣ ਕਹਿੰਦੇ ਸ਼ਿਵ ਜੀ ਕਹਿ ਦਿੰਦੇ ਆ। ਅਸਲ ਵਿੱਚ ਗੁਣ ਹੀ ਨੇ ਮਾਇਆ ਦੇ। ਤੇ ਇਹ 3 ਗੁਣ, ਤ੍ਰੈ ਗੁਣੀ ਮਾਇਆ ਬ੍ਰਹਮ ਕੀ ਕੀਨੀ ਹੋ ਗਈ। ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ, ਵੇਦਾਂ 'ਚ ਵੀ 3 ਗੁਣ ਹੀ ਦੱਸੇ ਮਾਇਆ ਦੇ, ਸਤੋ ਰਜੋ ਤਮੋ। 3 ਤੇ ਦ્વੈਤ ਬਿਲਾਸ। ਜਿੰਨਾ ਦ્વੈਤ ਦਾ ਬਿਲਾਸ ਹੋ ਰਿਹਾ, ਮੈਂ ਔਰ ਤੂੰ ਦਾ, ਜੋ ਮੈਂ ਔਰ ਤੂੰ, ਵੱਡਾ ਛੋਟਾ, ਗਰੀਬ ਅਮੀਰ, ਜੋ ਵੀ ਲੈਣ ਦੇਣ, ਦ્વੈਤ ਜਿੰਨੀ ਵੀ ਹੈ, ਸੰਸਾਰ ਦ્વੈਤ ਵਿੱਚ ਹੀ ਚੱਲਦਾ ਨਾ। ਪਤੀ ਪਤਨੀ ਵੀ ਦ્વੈਤ ਹੀ ਨੇ,
ਉਹਦੇ ਵਿੱਚ ਵੀ ਸਾਰੇ ਪਾਸੇ ਸੰਸਾਰ 'ਚ ਦਵੈਤ, ਉਹ ਸਾਰਾ ਵਿਲਾਸ ਜਿਹੜਾ ਸੰਸਾਰ ਦਾ ਉਹ ਤਿੰਨਾਂ ਗੁਣਾ ਕਰਕੇ ਹੋ ਰਿਹਾ। टीका गुरु कहते हैं कि एक जो ब्रह्म चेतन और अखंडत है, तिससे इच्छा उत्पत्त भई, तिस इच्छा को ही माया कहता है। यह शिक्षा भली प्रकार से सुनो। सो माया जड़ से ब्रह्म चेतन का आभास कहिए प्रतिबिंब पड़ा, तिस से सतो रजो और तमो यह तीन गुण पैदा हुए। तीन गुणों से संपूर्ण द्वैत का विलास कहिए कार्य हुआ, अर्थात संसार पैदा हुआ। माया और प्रतिबिंब ब्रह्म को गुणन सहित द्वै कीने। ਹਾਂ ਉਹ ਕਹਿੰਦੇ ਮਾਇਆ ਤੇ ਜਿਹੜਾ ਬ੍ਰਹਮ ਦਾ ਪ੍ਰਤੀਬਿੰਬ ਪਿਆ ਗੁਣਾ ਸਹਿਤ, ਕਹਿੰਦੇ ਉਹ ਦੋ ਰੂਪ ਕੀਤੇ ਉਹਨੇ, ਦੋ ਕੀਨੇ, ਦਵੈਤ ਉੱਥੋਂ ਹੋਈ। ਅੱਛਾ ਜੀ। ਮਾਇਆ और प्रतिबिंब ब्रह्म को, तो इच्छा है ना। हाँ, इच्छा ही माया है ना, माया ही इच्छा, इच्छा ਨੂੰ ਹੀ ਮਾਇਆ ਕਿਹਾ। ਤੇ ਮਾਇਆ ਦੇ ਵਿੱਚ ਜਿਹੜਾ ਪ੍ਰਤੀਬਿੰਬ ਪਿਆ, ਉਹਦਾ ਰਿਫਲੈਕਸ਼ਨ ਪਿਆ ਬ੍ਰਹਮ ਦਾ, ਰਜੋ ਤਮੋ ਸਤੋ ਗੁਣਾ ਸਹਿ ਦਵੈਤ ਕੀਤੀ ਸਾਰੀ। ਏਕ ਮਾਹੇ ਸਤ ਗੁਣ ਅਦ ਕਾਨੋ ਦੂਜੋ ਰਜਤਮ ਲੀਨੇ। ਇੱਕ ਜਿਹੜਾ ਸਤੋ ਗੁਣ ਜ਼ਿਆਦਾ ਸੀਗਾ ਉਹ ਈਸ਼ਵਰ ਹੋ ਗਿਆ। ਠੀਕ ਹੈ ਜੀ। ਬਾਕੀ ਦੋਨੋਂ ਜੀਵ। ਉਹਨੇ ਪੁੱਛਿਆ ਨਾ ਵੀ ਇੱਕ ਬ੍ਰਹਮ ਤਤ ਤਵੰਗ ਅਸੀਂ ਕਿਉਂ ਬਣ ਗਿਆ। ਠੀਕ ਹੈ ਜੀ। ਹਾਂ ਵੀ ਇੱਕ ਬ੍ਰਹਮ ਦੇ ਦੋ ਕਿਉਂ ਬਣ ਗਏ, ਵੀ ਮਤਲਬ ਜੀਵ ਈਸ਼ ਦਾ ਭੇਦ ਕਿਉਂ ਹੋ ਗਿਆ। ਉਹ ਕਹਿੰਦੇ ਜੇ ਸਤੋ ਗੁਣ ਸੀਗਾ ਉਹ ਈਸ਼ਵਰ ਹੋ ਗਿਆ, ਜੇ ਰਜੋ ਤਮੋ ਸੀਗਾ ਉਹ ਜੀਵ ਹੋ ਗਿਆ। ਸਤ ਗੁਣ ਅਧਿਕ ਬਿੰਬ ਯੁਤ ਮਾਇਆ ਸੋਈ ਈਸ਼ ਕਹਾਏ। ਸਤੋ ਗੁਣ ਅਧਿਕ ਸੀ, ਜਿਹਦੇ 'ਚ ਜਿਹੜਾ ਪ੍ਰਤੀਬਿੰਬ ਰਿਫਲੈਕਸ਼ਨ ਸਤੋ ਗੁਣ ਸਹਿਤ ਸੀਗਾ ਉਹ ਮਾਇਆ ਦੇ ਵਿੱਚ ਪਿਆ, ਉਹ ਈਸ਼ਵਰ। ਤਮ ਗੁਣ ਅਧਿਕ ਬਿੰਬ ਯੁਤ ਮਾਇਆ ਪ੍ਰਗਟ ਜੀਵ ਪਦ ਪਾਏ। ਜੇ ਤਮੋ ਗੁਣ ਅਧਿਕ ਸੀਗਾ, ਹਾਂਜੀ ਠੀਕ ਹੈ, ਉਹ ਜਿਹੜਾ ਬਿੰਬ ਕਹਿੰਦੇ ਰਿਫਲੈਕਸ਼ਨ ਹੈ ਨਾ, ਉਹ ਤਮੋ ਗੁਣ ਅਧਿਕ ਜਿਹੜਾ ਸੀਗਾ ਉਹ ਪ੍ਰਗਟ ਹੋ ਗਿਆ ਜੀਵ, ਉਹਨੂੰ ਜੀਵ ਕਹਿੰਦੇ ਆ। ਪੜੋ। ਇਹ ਚਾਰੇ ਖਾਣੀਆਂ ਦਾ ਇਹੀ ਹੈ ਉਤਪਤੀ ਦਾ ਕਾਰਨ। ਉਹ ਖਾਣੀ ਖੁਣੀ ਬਾਅਦ ਚ ਆਣੀਆਂ ਸਾਰੀਆਂ, ਮੂਲ ਹੈ ਜੀ, ਮਤਲਬ ਮੂਲ ਹੈ ਜੀ। ਠੀਕ। ਖਾਣੀਆਂ ਖੁਣੀਆਂ ਤੇ ਬਹੁਤ ਹੀ ਗੱਲਾਂ ਨੇ। ਠੀਕ ਹੈ। ਹਾਂ, ਖਾਣੀ ਖੁਣੀ ਹੈ ਹੀ ਕੋਈ ਨਹੀਂ। ਅੱਛਾ ਜੀ। ਕੀਤੀ ਖਾਣੀ ਕੀਤੀ ਖਾਣੀ ਕਿੰਨੇ ਕੁ ਨੇ। ਅੱਛਾ। ਕਿਤੇ ਸੁਰਤੀ ਸੇਵ ਕੇ ਨਾਨਕ ਅੰਤ ਨਾ ਅੰਤ ਬੇਅੰਤ ਵਿੱਚ ਜਾਣਾ। अच्छा ठीक। हाँ जी। टीका माया और ब्रह्म के प्रतिबिंब को गुणों के संयुक्त दो रूप किया, एक में सद्गुणों अधिक और दूसरों में रजोतमो अधिकता के लिए हैं। जिसमें सतोगुण अधिक है प्रतिबिंब संयुक्त माया उसके ईश्वर कहते हैं, और जिनमें रजोतमो अधिक प्रतिबिंब संयुक्त माया वह प्रगट जीव पद पायो, अर्थात जीव कहावे हैं। दोहरा बिंब है भूल्यो अपन पो तुम तम गुण ते अधिकार। ਬਿੰਬ ਹੈ ਭੂਲਿਓ ਆਪਨ ਪਾਓ, ਪਾਓ ਕਹਿੰਦੇ ਸਰੀਰ ਸਰੂਪ, ਜਿਹੜਾ ਜੇ ਤਮੋ ਗੁਣ ਜ਼ਿਆਦਾ ਸੀਗਾ। ਤਮ ਗੁਣ ਦਾ ਕੰਮ ਕੀ ਹੁੰਦਾ, ਹਨੇਰਾ ਪਾਉਣਾ। ਉਹਨੂੰ ਭੁੱਲ ਗਿਆ, ਆਪਣਾ ਸਰੂਪ ਭੁੱਲ ਗਿਆ ਵੀ ਮੈਂ ਬ੍ਰਹਮ ਆ। ਉਹ ਆਪਣੇ ਆਪ ਨੂੰ ਜੀਵ ਸਮਝਣ ਲੱਗ ਪਿਆ, ਤਮੋ ਗੁਣ ਕਰਕੇ ਭੁੱਲਿਆ ਨਾ। ਬਿੰਬ ਹੈ ਭੂਲਿਓ ਆਪਨ ਪਾਓ, ਬਿੰਬ ਨੂੰ ਜਿਹੜਾ ਮਤਲਬ ਮਾਇਆ ਵਿੱਚ ਪਿਆ, ਤਮੋ ਗੁਣ ਜ਼ਿਆਦਾ ਹੋਣ ਕਰਕੇ ਆਪਣਾ ਸਰੂਪ ਭੁੱਲ ਗਿਆ। ਮਾਇਆ ਕਰੀ ਵਿਚਿੱਤਰਤਾ, ਮਾਇਆ ਨੇ ਵਿਚਿੱਤਰਤਾ ਕੀਤੀ। ਕਿੰਨੇ ਜੀਵ ਅਪਾਰ, ਮਾਇਆ ਨੇ ਐਸਾ ਤਮਾਸ਼ਾ ਵਿਖਾਇਆ। ਮਾਇਆ ਹੈ ਕੀ ਹੈ, ਜੋ ਹੋਵੇ ਨਾ ਪਰਦਿਸੇ, ਉਹਨੂੰ ਮਾਇਆ ਕਹਿੰਦੇ ਆ। ਮਾਇਆ ਵੀ ਸੰਸਾਰ ਕਹਿੰਦੇ, ਮਾਇਆ ਹੁੰਦੀ ਹੈ ਜੋ ਚੀਜ਼ ਹੈ ਕੋਈ ਨਹੀਂ ਪਰ ਪ੍ਰਤੀਤ ਹੋ ਰਹੀ ਹੈ, ਦਿਸ ਰਹੀ ਹੈ, ਕਹਿ ਨਹੀਂ ਸਕਦੇ ਵੀ ਨਹੀਂ ਹੈ। ਤਾਂ ਮਾਇਆ ਨੇ ਵਿਚਿੱਤਰਤਾ ਕੀਤੀ ਹੈ, ਅਨੇਕਾਂ ਜੀਵ ਬਣਾਤੇ। ਜਿਵੇਂ ਉਹ ਜਾਦੂ ਵਾਲੇ ਰੁਮਾਲ ਚੋਂ ਹੀ ਕਬੂਤਰ ਉਡਾ ਦਿੰਦੇ ਆ, ਨੋਟ ਕੱਢ ਕੇ ਵਿਖਾ ਦਿੰਦੇ ਆ, ਮਾਇਆ ਹੀ ਹੁੰਦੀ ਨਾ ਉਹ। ਮਾਇਆ ਜਾਲ ਇੰਦਰ ਜਾਲ, ਇਹ ਪਰਮੇਸ਼ਰ ਦੀ ਮਾਇਆ, ਬੜੀ ਵੱਡੀ ਮਾਇਆ। ਤੇ ਇਹਨੇ ਵਿਚਿੱਤਰਤਾ ਕੀਤੀ। ਕਿੰਨੇ ਜੀਵ ਅਪਾਰ, ਬਹੁਤ ਪ੍ਰਕਾਰ ਦੇ ਜੀਵ ਪੈਦਾ ਕਰ ਦਿੱਤੇ। ਬਿੰਬੈ ਕਹੀਆ ਬ੍ਰਹਮ ਕੋ ਆਪਨ ਪਉ ਕਹੀਆ, ਆਪਣਾ ਯਥਾਰਥ ਸਰੂਪ ਭੂਲ ਗਿਆ।
तमोगुण की अधिकता से। हाँ यो माया ने ये बचित्र आश्चर्य ता करी के जीव अनेका ही कर दिए। ਅਸਚਰਜਤਾ ਕਰੀ, ਅਸਚਰਜਤਾ ਕੀਤੀ ਵੀ ਅਨੇਕਾਂ ਜੀਵ ਬਣਾਤੇ। ਬਿੰਬੈ ਭੂਲਿਓ ਆਪਨ ਪਾਓ। ਬਿੰਬ ਕਿਹੜਾ ਹੈ? ਬ੍ਰਹਮ। ਬ੍ਰਹਮ ਨੂੰ ਆਪਣਾ ਸਰੂਪ ਕਿਉਂ ਭੁੱਲਿਆ? ਤਮ ਗੁਣ ਕਰਕੇ, ठीक है, ਕਿਉਂਕਿ ਉਹਦੇ अधिकता सी। ਤਮ ਗੁਣ ਅਧਿਕ ਹੋਣ ਕਰਕੇ ਸਰੂਪ ਭੁੱਲ ਗਿਆ। ਸੁਪ੍ਰੀਤ ਸਿੰਘ ਬਣ ਗਿਆ, ਅਮਰੀਕ ਸਿੰਘ ਬਣ ਗਿਆ, ਕਰਨ ਸਿੰਘ ਬਣ ਗਿਆ, ਸ਼ੇਰ ਸਿੰਘ ਬਣ ਗਿਆ। ਜਦੋਂ ਮਤਲਬ ਉਹਨੂੰ ਯਾਦ ਆ ਜਾਏਗਾ ਵੀ ਮੈਂ ਤੇ ਹੈ ਬ੍ਰਹਮ ਚੇਤਨ ਚੇਤਨ ਗੱਲ ਹੋ ਰਹੀ ਜੀ। दोहरा टीका बिंबै कहिए ब्रह्म आपन को। दोहरा सो पीछे कर कहेंगे जीवन के सब कर्म अबे कहत हो ईश के रूपशील गुण धर्म। ਕਹਿੰਦੇ ਵੀ ਜੀਵਾਂ ਦੇ ਜਿਹੜੇ ਬਾਰੇ ਇਸ ਤੋਂ ਬਾਅਦ ਚ ਕਹਾਂਗੇ। ਜਿਹੜਾ ਤਵੰਗ ਪਦ ਦਾ ਅਰਥ ਆਏਗਾ ਉਹ ਬਾਅਦ ਚ ਕਰਾਂਗੇ। ਪਹਿਲਾਂ ਈਸ਼ਵਰ ਦਾ ਦੱਸਾਂਗੇ, ਉਹਦਾ ਰੂਪ ਕੀ ਹੈ, ਉਹਦਾ ਸ਼ੀਲ ਗੁਣ ਕੀ ਨੇ, ਸੁਭਾਅ ਕੀ ਹੈ, ਉਹ ਪਹਿਲਾਂ ਦੱਸਾਂਗੇ। ठीक, सो इस ग्रंथ के पीछे करके कहाएंगे सो जीव के संपूर्ण कर्म है। अब ईश्वर के रूप शील स्वभाव अधिक गुण सर्वगत आदिक ਸਰਬਕਤਾ 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 ਹੁੰਦੀ ਸਭ ਕੁਝ ਜਾਣਨਾ, ਸਾਰਾ ਕੁਝ ਜਾਣਨਾ। ਈਸ਼ ਸਰਬੱਗ ਹੈ, ਜੀਵ ਵਿਭਾਗ ਹੈ। ਗੀਤਾ 'ਚ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨਾ, ਅਰਜੁਨ ਤੇਰੇ ਵੀ ਬਹੁਤ ਜਨਮ ਹੋ ਚੁੱਕੇ ਹੋ, ਮੇਰੇ ਵੀ ਬਹੁਤ ਜਨਮ ਹੋ ਚੁੱਕੇ ਹੈ, ਪਰ ਤੂੰ ਉਹਨਾਂ ਨੂੰ ਜਾਣਦਾ ਨਹੀਂ, ਮੈਂ ਜਾਣਦਾ। ਠੀਕ ਹੈ। धर्म प्रजा पालना आदिक कहते हैं। ਹਾਂ, ਉਹਦੇ ਧਰਮ ਕਿਹੜੇ ਨੇ? ਇੱਕ ਤਾਂ ਉਹਦਾ ਸਰਬਗਤਾ ਹੈ, ਫਿਰ ਉਹ ਪ੍ਰਜਾ ਨੂੰ ਪਾਲਣਾ ਕਰਦਾ ਹੈ, ਤੇ ਉਹਦਾ ਉਹ ਸਾਰਾ ਕੁਝ ਦੱਸਾਂਗੇ ਹੌਲੇ ਹੌਲੇ। ਅਥ ਤਦ ਪਦ ਈਸ਼ ਵਰਣਨ। ਹੁਣ ਅਥ ਮੈਨੇ ਹੁਣ ਤਤ ਪਦ ਦੀ ਵਿਆਖਿਆ ਕਰਾਂਗੇ। ਠੀਕ, ਤਤ ਪਦ ਈਸ਼ ਦਾ ਵਾਚਕ ਹੈ, ਉਹਦਾ ਵਰਣਨ ਕਰਾਂਗੇ ਸਵਈਏ 'ਚ। शुद्ध सतो गुण के गुण ते प्रतिबिंब न आपन भूलन पायो। ਸ਼ੁੱਧ ਸਤੋ ਗੁਣ ਕੇ ਗੁਣ ਤੇ, ਸਤੋ ਗੁਣ ਦੇ ਪ੍ਰਭਾਵ ਕਰਕੇ। ਜ਼ਿਆਦਾ ਸਤੋ ਗੁਣ ਸੀਗਾ, ਸਤੋ ਗੁਣ ਗਿਆਨ ਸੰਪੰਨ ਹੁੰਦਾ, ਤਮੋ ਗੁਣ ਅਗਿਆਨ ਸਹਿਤ ਹੁੰਦਾ। ਸਤੋ ਗੁਣ ਜ਼ਿਆਦਾ ਹੋਣ ਕਰਕੇ ਉਹ ਜਿਹੜਾ ਬ੍ਰਹਮ ਦਾ ਪ੍ਰਤੀਬਿੰਬ ਮਾਇਆ 'ਚ ਪਿਆ ਸੀਗਾ, ਉਹਨੂੰ ਆਪਣਾ ਭੁੱਲਿਆ ਨਹੀਂ। ਪ੍ਰਤੀਬਿੰਬ ਨਾ ਆਪਾਂ ਨੂੰ ਭੁੱਲਣ ਪਾਇਆ। ਜਿਵੇਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਲਿਖਤਾ ਵੀ ਹੇਮਕੁੰਟ ਦੇ ਮੈਂ ਤਪ ਕਰਦਾ ਸੀਗਾ, ਉੱਥੇ ਫਿਰ ਮੈਨੂੰ ਹੁਕਮ ਹੋਇਆ ਵੀ ਤੂੰ ਜਾਓ। ਔਰ ਹਰ ਬੰਦੇ ਨੂੰ ਤਾਂ ਨਹੀਂ ਨਾ ਪਤਾ, ਇਸ ਕਰਕੇ ਉਹ ਕਹਿੰਦੇ ਵੀ ਉਹ ਈਸ਼ਵਰ ਕੋਟੀ ਦੇ ਗੁਰੂ ਸੀਗੇ। ਸ਼੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ, ਜਿਹੜੇ ਆਪਣੇ ਸਾਰੇ ਜਨਮਾਂ ਨੂੰ ਜਾਣਦੇ ਨੇ। ਈਸ਼ਵਰ ਅਵਤਾਰ ਉਹ ਈਸ਼ਵਰ ਕੋਟੀ ਦੇ ਗੁਰੂ ਹੁੰਦੇ ਨੇ। ਜਿਹੜੇ ਜੀਵ ਕੋਟੀ ਦੇ ਗੁਰੂ ਹੁੰਦੇ ਨੇ ਉਹ ਸਾਡੇ ਤੁਹਾਡੇ ਵਰਗੇ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਉਹ ਪੜ੍ਹਾ ਸਕਦੇ, ਇਹ ਗ੍ਰੰਥ ਨੂੰ ਪੜ੍ਹਾ ਦਿਆਂਗੇ ਅਸੀਂ, ਪਰ ਜਿਹੜਾ ਸਾਖਸ਼ਾਤ ਕਰਾਉਣਾ ਗੁਰੂ ਨੇ ਉਹ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਚਾਹੀਦਾ। ਇਸ ਕਰਕੇ ਈਸ਼ਵਰ ਕੋਟੀ ਦਾ ਗੁਰੂ ਸਾਰਾ ਕੁਝ ਜਾਣਦਾ, ਇਹ ਫਰਕ ਹੈ। ਸ਼ੁੱਧ ਸਤੋ ਗੁਣ ਕੇ ਗੁਣ ਤੇ, ਸਤੋ ਗੁਣ ਜ਼ਿਆਦਾ ਹੋਣ ਕਰਕੇ ਜੋ ਈਸ਼ਵਰ ਦਾ ਰਿਫਲੈਕਸ਼ਨ ਪੈ ਰਿਹਾ ਸੀਗਾ ਉਹਦੇ ਵਿੱਚ, ਮਾਇਆ ਦੇ ਵਿੱਚ, ਉਹਨੂੰ ਆਪਣਾ ਸਰੂਪ ਚੇਤੇ ਰਿਹਾ, ਭੁੱਲਿਆ ਨਹੀਂ। ਸਤੋ ਗੁਣ ਜ਼ਿਆਦਾ ਸੀ ਨਾ। ਆ ਰਹੀ ਸਮਝ ਗੱਲ? ਪਕੜ ਜਾ ਰਹੀ ਹੈ। ਮਾਇਆ ਖੈਂਚ ਕਰੀ ਆਪਣੇ ਵਸ ਈਸ਼ਵਰ ਹੈ ਸਰਬੱਗ ਕਹਾਇਓ। ਮਾਇਆ ਖੈਂਚ ਕਰੀ ਆਪਣੇ ਵਸ, ਉਹਨੇ ਮਾਇਆ ਨੂੰ ਖਿੱਚ ਕੇ ਆਪਣੇ ਕਾਬੂ ਕੀਤਾ ਜੀ। ਈਸ਼ਵਰ ਦਾ ਮਤਲਬ ਇਹ ਜੋ ਐਸ਼ਵਰਿਆ ਸੰਯੁਕਤ ਹੋਵੇ। ਐਸ਼ਵਰਿਆ ਹੁੰਦੀ ਹੈ ਮਾਇਆ, ਜੋ ਮਤਲਬ ਸਾਰੀ ਸੰਪਦਾ ਜੋ ਵੀ ਹੈ ਨਾ ਉਹਦੇ ਕਾਬੂ 'ਚ ਹੈ। ਉਹਨੇ ਮਾਇਆ ਖਿੱਚ ਕੇ ਆਪਣੇ ਕਾਬੂ ਕੀਤਾ, ਇਸ ਕਰਕੇ ਉਹਨੂੰ ਈਸ਼ਵਰ ਕਹਿੰਦੇ। ਈਸ਼ਵਰ ਹੋਇਆ ਸਰਬੱਗ, ਸਾਰਾ ਕੁਝ ਜਾਣਨ ਵਾਲਾ ਕਹਾਇਆ। ਸਰਬੱਗ ਹੁੰਦਾ 14 ਲੋਕ ਰਚੇ ਛਿਨ ਮੈਂ ਅਰ ਮੇਟਤ ਹੈ ਜਬ ਚਾਹੇ ਮਿਟਾਇਓ। 14 ਲੋਕ ਇੱਕ ਛਿਨ 'ਚ ਰਚ ਦਿੰਦਾ। ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਦੇ ਦਰ ਸਭ ਹੋ। ਉਹ ਜਦੋਂ ਉਹਦੀ ਇੱਛਾ ਹੁੰਦੀ ਹੈ ਉਹ ਪੈਦਾ ਕਰ ਦਿੰਦਾ, ਜਦੋਂ ਇੱਛਾ ਹੁੰਦੀ ਹੈ ਇੱਕ ਛਿਨ 'ਚ ਮਿਟਾ ਦਿੰਦਾ।
शकत अनंत कहे सुखदेव है पुरुषोत्तम वेदन गायो। ਅਨੰਤ ਸ਼ਕਤੀਆਂ ਦਾ ਮਾਲਕ ਸੁਖਦੇਵ ਜੀ ਕਹਿੰਦੇ ਨੇ ਉਹੀ ਪੁਰਸ਼ੋਤਮ ਸਾਰੇ ਉੱਤਮ ਪੁਰਸ਼ ਹੈ। ਪੁਰਸ਼ ਦਾ ਅਰਥ ਹੁੰਦਾ ਵਿਆਪਕ, ਜੋ ਸਾਰਿਆਂ 'ਚ ਵਿਆਪਕ ਹੈ ਔਰ ਪੌਰਸ਼ਵ ਤੋਂ ਸ਼ਕਤੀ ਰੱਖਦਾ ਹੈ। ਵੇਦਾਂ ਨੇ ਉਹਨੂੰ ਪੁਰਸ਼ੋਤਮ ਕਿਹਾ ਹੈ। ਹਾਂਜੀ। टीका तत्पद का वाच्य अर्थ जो ईश्वर है उसका स्वरूप कहते हैं। शुद्ध सतो गुण गुण कहिए प्रभाव से प्रतिबिंब को अपना वास्तव स्वरूप ना भूला सगों माया खींच कर अपने वश में कर ली। इस प्रकार ईश्वर सर्वज्ञ होकर कहाया और 14 लोकें छिन में रच किए। पुनः जब मेटने की इच्छा हुई तो छिन में मिटा दिए। सुखदेव कब कहते हैं कि आनंद शक्तियों संपन्न वह पुरुषोत्तम वेदों में गाया है। ਇਹ ਲਿਖੇ ਵੀ ਲੋਕ 14 ਕਿਹੜੇ ਨੇ? ਪੂਰ ਆਦਿ ਲੋਕ 14 ਪੁਰ ਪੋਵਰ ਸੁਰ ਮਹਿਰ ਜਨ तप सत्य, ये ऊपर के 7 लोग हैं। अतल बेतल स्वतल तलातल रसातल महातल और पताल, ये नीचे के 7 लोग हैं। सब 14 होते हैं, यही 14 तबक है। ਜਿਹੜਾ ਲਿਖਿਆ ਮਾਨ ਸਾਤੋਂ ਉਹੀ ਹੈ ਜੀ। ਸਵਈਆ ਇਹ ਅੰਦਰਲੀ ਅਵਸਥਾ ਹੀ ਨੇ ਵੈਸੇ, ਠੀਕ ਹੈ। ਹਾਂ, ਪਰ ਇਹ ਖੇਡ ਬੜੀ ਦੂਰ ਜਾ ਕੇ ਸਮਝ ਆਣੀ ਹੈ। ਸਾਨੂੰ ਵੀ ਨਹੀਂ ਅਜੇ ਪਈ ਦਾ, ਜਦੋਂ ਕਿਰਪਾ ਕਰੇਗਾ ਖੋਲੇਗਾ ਕਿਹੜੀਆਂ ਉੱਪਰ ਦੀਆਂ ਨੇ ਕਿਹੜੀਆਂ ਥੱਲੇ ਦੀਆਂ ਨੇ। ਸਾਤੋਂ ਦਾ ਸਵਈਆ ਆਪਨ ਹੀ ਚਤੁਰਾਨਨ ਹਵੈ ਸੋ ਸਥਾਵਰ ਜੰਗਮ ਜੀਵ ਉਪਾਵੈ। ਹਾਂ, ਹੁਣ ਮਹਾਰਾਜ ਕਹਿੰਦੇ ਵੀ ਆਪ ਹੀ ਚਤੁਰਾਨਨ ਬ੍ਰਹਮਾ ਬਣ ਕੇ 4 ਮੂੰਹ ਵਾਲਾ ਸ੍ਰਿਸ਼ਟੀ ਦੀ ਰਚਨਾ ਕਰਦਾ। ਉਹ ਈਸ਼ਵਰ, ਜਿਵੇਂ ਦਸਮ ਗ੍ਰੰਥ 'ਚ ਵੀ ਆਉਂਦਾ ਨਾ ਵੀ ਮਹਾਰਾਜ ਕਾਲ ਪੁਰਖ ਨੇ ਵਿਸ਼ਨੂੰ ਨੂੰ ਆਗਿਆ ਦਿੱਤੀ ਵੀ ਤੂੰ ਹੁਣ ਜਾ ਤੇ ਬ੍ਰਹਮਾ ਬਣ ਕੇ ਦੁਨੀਆ ਦਾ ਪੈਦਾ ਕਰ। ਤੇ ਫਿਰ ਉਹਨੂੰ ਉਸੇ ਵਿਸ਼ਨੂੰ ਨੂੰ ਆਗਿਆ ਦਿੱਤੀ ਵੀ ਤੂੰ ਹੁਣ ਵਿਸ਼ਨੂੰ ਬਣ ਕੇ ਸੰਸਾਰ ਦੀ ਪਾਲਣਾ ਕਰ। ਉਸੇ ਵਿਸ਼ਨੂੰ ਨੂੰ ਆਗਿਆ ਦਿੱਤੀ ਵੀ ਤੂੰ ਸ਼ਿਵ ਜੀ ਬਣ ਕੇ ਹੁਣ ਦੁਨੀਆ ਦਾ ਸੰਘਾਰ ਕਰ। ਉਸੇ ਵਿਸ਼ਨੂੰ ਨੂੰ ਆਗਿਆ ਦਿੱਤੀ ਹੁਣ ਤੂੰ ਸੂਰਜ ਬਣ ਕੇ ਪ੍ਰਕਾਸ਼ ਕਰ। ਉਸੇ ਨੂੰ ਆਗਿਆ ਦਿੱਤੀ ਵੀ ਤੂੰ ਹੁਣ ਚੰਦਰਮਾ ਬਣ ਕੇ ਲੋਕਾਂ 'ਚ ਪ੍ਰੇਮਾ ਭਗਤੀ ਪੈਦਾ ਕਰ। ਉਸੇ ਨੂੰ ਆਗਿਆ ਦਿੱਤੀ ਵੀ ਤੂੰ ਮਤਲਬ ਮੱਛ ਅਵਤਾਰ ਧਾਰਨ ਕਰ, ਕੱਛ ਅਵਤਾਰ ਧਾਰਨ ਕਰ। ਹਾਂਜੀ, ਇਹ ਆਪਣਾ ਹੀ ਪਸਾਰਾ, ਆਪਨ ਹੀ ਆਪ ਹੀ ਬ੍ਰਹਮ ਜੋ ਪਰਮੇਸ਼ਰ ਈਸ਼ਵਰ ਹੈ, ਉਹ ਚਤੁਰਾਨਨ 4 ਮੂੰਹਾਂ ਵਾਲਾ ਬਣ ਕੇ ਸਥਾਵਰ ਟਿਕੇ ਹੋਏ ਤੇ ਜੰਗਮ ਤੁਰਨ ਵਾਲੇ ਜੀਵ ਪੈਦਾ ਕਰਦਾ। ਟਿਕੇ ਹੋਏ ਜਿਵੇਂ ਦਰਖਤ ਵਗੈਰਾ ਪੱਥਰ ਵਗੈਰਾ, ਇਹ ਵੀ ਜੀਵ ਹੀ ਨੇ ਨਾ। ਤੇ ਜਿਹੜੇ ਮਤਲਬ ਤੁਰੇ ਫਿਰਦੇ ਨੇ ਜੰਗਮ, ਤੁਹਾਡੇ ਸਾਡੇ ਵਰਗੇ 2 ਲੱਤਾਂ 4 ਲੱਤਾਂ ਵਾਲੇ ਪੰਛੀ ਵਗੈਰਾ, ਉਹ ਵੀ ਉਹਨੇ ਪੈਦਾ ਕੀਤੇ 84 ਲੱਖ ਜੂਨੀਆਂ। ਹਾਂਜੀ। रक्षक है सबको हर हवै अर जीवक जाहे की ताहे पूछा रक्षक है सबको, रक्षक है सबको हर है, सारिਆਂ ਦੀ ਰੱਖਿਆ ਕਰਦਾ ਵਿਸ਼ਨੂੰ ਬਣ ਕੇ। ਬ੍ਰਹਮਾ ਬਣ ਕੇ ਪੈਦਾ ਕਰਦਾ, ਵਿਸ਼ਨੂੰ ਬਣ ਕੇ ਰੱਖਿਆ ਕਰਦਾ। ਔਰ ਜੀਵਕਾ ਜਾਏ ਕਿ ਤਾਂ ਹੀ ਬਚਾ, ਜਿਹਦੀ ਜੋ ਜੀਵਕਾ ਹੈ। ਗਊ ਨੂੰ ਘਾਸ ਚਾਹੀਦਾ, ਸ਼ੇਰ ਨੂੰ ਮਾਸ ਚਾਹੀਦਾ। ਜੈਸਾ ਜੈਸਾ ਕਿਸੇ ਦਾ ਭੋਜਨ ਹੈ ਉਹਦੇ ਕੋਲ ਪਹੁੰਚਾ ਕੇ ਆਉਂਦਾ। ਉਹ ਜਿਹੜੀ ਪਹੁੰਚਾਉਣ ਦੀ ਸੇਵਾ, ਲੋਕਾਂ ਦੀ ਪਾਲਣਾ ਕਰਨ ਦੀ, ਉਹ ਵਿਸ਼ਨੂੰ ਹੈ। ਹਾਂਜੀ, ਠੀਕ ਹੈ ਜੀ। ਹਾਂਜੀ। रुद्र हवै अंत संघार करੈ तब काल को काल हवै सृष्टि खपावै। ਰੁਦਰ ਹਵੈ ਸ਼ਿਵ ਜੀ ਬਣ ਕੇ ਅੰਤ ਨੂੰ ਸੰਘਾਰ ਕਰ ਦਿੰਦਾ, ਨਾਸ ਕਰ ਦਿੰਦਾ। ਕਿਉਂਕਿ ਜਦੋਂ ਉਹ ਦਸਮ ਜਾਉਂਦਾ, ਮਹਾਰਾਜ ਨੇ ਲਿਖਿਆ ਵੀ ਕਾਲ ਪੁਰਖ ਜੀ ਨੇ ਵਿਸ਼ਨੂੰ ਨੂੰ ਬੁਲਾਇਆ। ਉਹਨੇ ਆਖਿਆ ਵੀ ਜਬ ਜੀ ਧਰਮ ਚਲੇ ਤਬ ਜੀਓ ਬੜੇ, ਵੀ ਜੀਵ ਜ਼ਿਆਦਾ ਹੋ ਗਏ ਤੇ ਧਰਤੀ ਦੇ ਥਾਂ ਨਾ ਰਿਹਾ ਕੋਈ, ਮਤਲਬ ਪੈਦਾ ਤੇ ਹੋਈ ਜਾਂਦੇ ਆ ਤੇ ਮਰਦਾ ਕੋਈ ਹੈ ਨਹੀਂ। ਤਾਂ ਮਹਾਰਾਜ ਨੇ ਕਾਲ ਪੁਰਖ ਨੇ ਕਿਹਾ ਵੀ ਹੁਣ ਇਹਨੂੰ ਖਤਮ ਵੀ ਕਰਨ ਦੇ ਸਿਸਟਮ ਬਣਾਓ। ਤਾਂ ਫਿਰ ਉਹਨੂੰ ਮਾਰਨ ਦਾ ਸਿਸਟਮ ਬਣਾਇਆ, ਖਤਮ ਕਰਨ ਦਾ। ਤਾਂ ਸਮਾਂ ਪਾ ਕੇ ਸਾਰੇ ਖਤਮ ਹੁੰਦੇ ਆ ਰੁਦਰ ਹੋ ਕੇ। ਇਹ ਰੁਦਰ ਰੂਪ ਭਿਆਨਕ ਰੂਪ ਹੈ ਮੌਤ ਦਾ, ਕਾਲੀ ਦਾ। ਕਹਿੰਦੇ ਰੁਦਰ ਹੋਇਆ ਅੰਤ ਸੰਘਾਰ, ਅੰਤ ਨੂੰ ਸ਼ਿਵ ਜੀ ਬਣ ਕੇ ਆਪਣੇ ਤਰਸੂਲ ਨਾਲ ਮਾਰ ਦਿੰਦਾ। ਭਾਵ ਜੀਵਾਂ ਨੂੰ ਕੋਈ ਐਕਸੀਡੈਂਟ ਕਰਕੇ, ਕਿਸੇ ਨੂੰ ਕੋਈ ਅਟੈਕ ਕਰੇ, ਕਿਸੇ ਨੂੰ ਕਰੋਨੇ ਨਾਲ, ਕਿਸੇ ਨੂੰ ਕਿਸੇ ਨਾਲ। ਤਬ ਕਾਲ ਕੋ ਕਾਲ ਹੋਇਆ, ਕਾਲ ਦਾ ਵੀ ਕਾਲ ਹੋ ਕੇ ਸ੍ਰਿਸ਼ਟੀ ਨੂੰ ਵੀ ਖਪਾ ਦਿੰਦਾ। ਜਦੋਂ ਸਾਰੀ ਸ੍ਰਿਸ਼ਟੀ ਸਮੇਟਣੀ ਚਾਹੁੰਦਾ ਉਦੋਂ ਸਭ ਕੁਛ ਚੰਦ ਸੂਰਜ ਵੀ ਮਹਾਰਾਜ ਕੇ ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਵਿਨਾਸੀ।
ਖਤਮ ਕਰ ਦਿੰਦਾ। क्यों सब खेल विशंभर को जिम बालक खेल खिलौने मिटावा। ਇਹ ਸਾਰਾ ਵਿਸ਼ਵੰਬਰ ਦਾ, ਵਿਸ਼ਵ ਨੂੰ ਭਰਨ ਵਾਲੇ ਪਰਮੇਸ਼ਰ ਦਾ ਖੇਡ ਹੈ। ਜਿਵੇਂ ਬੱਚੇ ਰੇਤ ਦੇ ਨਾਲ ਖਿਡੌਣੇ ਬਣਾ ਕੇ ਮਿੱਟੀ ਦੇ ਆਪੇ ਤੋੜ ਦਿੰਦੇ ਨੇ, ਇੱਦਾਂ ਆਪ ਹੀ ਬਣਾ ਕੇ ਆਪੇ ਹੀ ਸਮੇਟੀ ਜਾਂਦਾ। टीका वह ईश्वर आप ही ब्रह्म रूप होए कर स्थावर जंगम जीव को पैदा करता है और हर कहिए विष्णु रूप होए कर जहाँ जिसकी जीविका है तहाँ तिस को पहुँचावा है। तथा ही रुद्र शिव रूप होए सब कालों का काल अंत के संहार कर सृष्टि को खपावा है। यों कहिए इस प्रकार खेल है विशंबर कहिए परमेश्वर का जैसे बालक खेल के खिडौना मिटावा अर्थात बना के फोड़ डाले है। दोहरा तीन देहे हैं ईश की कारण सूक्ष्म स्थूल अवता को वर्णन करो पुरख विराट समूल। ਹੁਣ ਜਿਹੜਾ ਉਹ ਈਸ਼ਵਰ ਹੈ ਨਾ, ਉਹਦੀਆਂ ਵੀ ਤਿੰਨ ਦੇਹਾਂ ਨੇ। ਈਸ਼ਵਰ ਦੀਆਂ ਵੀ ਤਿੰਨ ਦੇਹਾਂ ਨੇ, ਇੱਕ ਕਾਰਨ ਦੇਹ ਹੈ, ਇੱਕ ਸੂਖਸ਼ਮ ਦੇਹ ਹੈ, ਇੱਕ ਉਹਦੀ ਸਥੂਲ ਦੇਹ ਹੈ। ਹੁਣ ਉਹਦਾ ਕਹਿੰਦੇ ਵਰਣਨ ਕਰਾਂਗੇ ਵਿਰਾਟ ਪੁਰਖ ਦੇ ਸਹਿਤ। ਹਾਂਜੀ। ईश्वर की तीन देहें हैं कारण सूक्ष्म और स्थूल, सो अब तीनों का वर्णन करता है। विराट पुरुष का कारण के संयुक्त स्वरूप सत रज तम देश प्रलय स्थित उत्पत्त काल अव्याकृत हिरण्य गर्भ वैष्णवा नर वस्त विशाल। ਕਹਿੰਦੇ ਵੀ ਉਹਦੇ ਦੇਸ਼ ਕਿਹੜੇ ਨੇ। ਜਿਵੇਂ ਹੁਣ ਕੋਈ ਵੀ ਚੀਜ਼ ਹੈ ਉਸਨੂੰ ਦੇਸ਼ ਵੀ ਚਾਹੀਦਾ, ਦੇਸ਼ ਤੋਂ ਬਿਨਾਂ ਤੇ ਕੋਈ ਚੀਜ਼ ਨਹੀਂ ਰਹਿ ਸਕਦੀ ਨਾ। ਜਿਵੇਂ ਆਹ ਮੋਬਾਈਲ ਪਿਆ, ਇਹ ਮੰਜੇ 'ਤੇ ਪਿਆ, ਇਹਨੇ ਇੰਨੀ ਜਗ੍ਹਾ ਘੇਰੀ ਹੋਈ ਹੈ। ਇਹ ਮੰਜਾ ਪਿਆ, ਇਹ ਕਮਰੇ 'ਚ ਪਿਆ, ਇਹਨੇ ਜਗ੍ਹਾ ਘੇਰੀ ਹੋਈ ਹੈ। ਇਹ ਤੁਸੀਂ ਇੱਥੇ ਕੁਰਸੀ 'ਤੇ ਬੈਠੇ ਹੋ ਤੇ ਤੁਸੀਂ ਇਹ ਜਗ੍ਹਾ ਘੇਰੀ ਹੋਈ ਹੈ। ਦੇਸ਼ ਤੋਂ ਬਿਨਾਂ ਕੋਈ ਚੀਜ਼ ਹੁੰਦੀ ਨਹੀਂ। ਈਸ਼ਵਰ ਦਾ ਦੇਸ਼ ਕਿਆ ਹੈ? ਈਸ਼ਵਰ ਜਿਹੜਾ ਉਹ ਕਿਹੜੇ ਦੇਸ਼ 'ਚ ਰਹਿੰਦਾ? ਕਹਿੰਦੇ ਸਤੋ ਗੁਣ ਰਜੋ ਗੁਣ ਤਮੋ ਗੁਣ, ਇਹ ਉਹਦਾ ਦੇਸ਼ ਹੈ। ਠੀਕ ਹੈ। ਅਤੇ ਉਹਦਾ ਕਾਲ ਕਿਹੜਾ ਹੈ? ਟਾਈਮ ਵੀ ਹੁੰਦਾ, ਹਰ ਚੀਜ਼ ਦਾ ਟਾਈਮ ਹੁੰਦਾ। ਦੇਸ਼ ਕਾਲ ਵਸਤੂ ਤਿੰਨ ਚੀਜ਼ਾਂ ਹੁੰਦੀਆਂ ਨਾ। ਦੇਸ਼ ਉਹਨੇ ਜਿਹੜੀ ਜਗ੍ਹਾ ਘੇਰਨੀ ਹੈ ਇੱਥੇ ਰਹਿੰਦਾ, ਹਾਂਜੀ। ਅਤੇ ਜਿਹੜਾ ਉਹਦਾ ਕਾਲ ਹੈ ਟਾਈਮ, ਅਤੇ ਉਹ ਕਹਿੰਦੇ ਉਹ ਕੀ ਹੈ? ਪਰਲਾ ਸਥਿਤੀ ਉਤਪਤੀ, ਇਹ ਉਹਦਾ ਕਾਲ ਹੈ। ਉਤਪਤੀ ਕਰ ਦੇਣੀ, ਪੈਦਾ ਕਰ ਦੇਣਾ, ਸਥਿਤੀ ਟਿਕੇ ਰਹਿਣਾ, ਪਰਲੇ ਕਰ ਸਮੇਟ ਦੇਣਾ, ਇਹਦਾ ਕਾਲ ਹੈ। ਯਾਨੀ ਈਸ਼ਵਰ ਕਦੋਂ ਤੋਂ ਕਦੋਂ ਤੱਕ ਹੈ? ਹਾਂ, ਉਤਪਤੀ ਸਥਿਤੀ ਟਿਕਾ ਜਿਹੜਾ ਕਹਿੰਦੇ ਹੈ, ਅਤੇ ਫਿਰ ਪਰਲੇ, ਇਹ ਉਹਦਾ ਕਾਲ ਹੈ। ਬ੍ਰਹਮ 'ਚ ਜਾ ਕੇ ਉਹਨੇ ਲੀਨ ਹੋਣਾ। ਇਹਦੇ ਕਾਲ ਪਾਏ ਬ੍ਰਹਮ ਬਪਤਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਸਕਲ ਕਾਲ ਕੀਆ ਤਮਾਸ਼ਾ। ਹਾਂਜੀ। ਜਮਨ ਕਾਲ ਜੋਗੀ ਸੇਵ ਕੀਓ ਵੇਦ ਰਾਜ ਬ੍ਰਹਮਾ ਜਮਨ ਕਾਲ ਸਭ ਲੋਕ ਸਾਰਾ ਨਮਸਕਾਰ ਹੈ ਤਾਏ ਹਮਾਰਾ। ਉੱਥੇ ਪਹੁੰਚਣਾ ਜਿਹੜਾ ਸਾਰੇ ਸਮੇਟਦਾ। ਤਾਂ ਉਹ ਕਹਿੰਦੇ ਵੀ ਉਹਦਾ ਜਿਹੜਾ ਦੇਸ਼ ਹੈ ਈਸ਼ਵਰ ਦਾ, ਉਹ ਕਹਿੰਦੇ ਪਰਲੋ ਸਥਿਤੀ, ਉਹਦਾ ਜਿਹੜਾ ਦੇਸ਼ ਹੈ ਸਤੋ ਰਜੋ ਤਮੋ, ਅਤੇ ਉਹਦਾ ਕਾਲ ਟਾਈਮ ਜਿਹੜਾ ਉਹ ਪਰਲੋ ਸਥਿਤੀ ਉਤਪਤੀ, ਜਾਂ ਇੱਦਾਂ ਕਹਿ ਲਓ ਉਤਪਤੀ ਸਥਿਤੀ ਪਰਲੋ, ਉਹਦਾ ਇਹ ਟਾਈਮ ਹੈ। ਅੱਛਾ, ਹੁਣ ਉਹਦੀ ਜਿਹੜੀ ਵਸਤੂ ਹੈ, ਕਿਉਂਕਿ ਤਿੰਨ ਚੀਜ਼ਾਂ ਹੁੰਦੀਆਂ ਨਾ, ਦੇਸ਼ ਕਾਲ ਵਸਤੂ, ਅਤੇ ਵਸਤੂ ਕੀ ਹੈ ਉਹ ਦੱਸਦੇ ਆ। ਅਵਿਆਕ੍ਰਿਤ ਹਿਰਨਯ ਗਰਭ ਵੈਸਵਾ ਨਰ ਵਸਤ ਵਿਸਾਲ। ਅਵਿਆਕ੍ਰਿਤ ਹਿਰਨਯ ਗਰਭ ਵੈਸ਼ਵਾ ਨਰ, ਇਹ ਵਸਤੂ ਹੈ। ਯਾਨੀ ਈਸ਼ਵਰ ਕੀ ਵਸਤੂ ਹੈ ਜੇ ਕੋਈ ਪੁੱਛਿਆ ਜਾਵੇ ਤਾਂ ਕਹਿੰਦੇ ਆ ਵੀ ਅਵਿਆਕ੍ਰਿਤ ਹਿਰਨਯ ਗਰਭ ਵੈਸ਼ਵਾ ਨਰ, ਇਹ ਵਸਤੂ ਹੈ। ਹਾਂਜੀ। ਇਹਦੀ ਅੱਗੇ ਕਰਨਗੇ ਜੀ ਵਿਆਖਿਆ, ਬਹੁਤ ਡੂੰਘੀ ਚੱਲੇਗੀ, ਅੱਗੇ ਚੱਲੇਗੀ ਜੀ। ਕਿਉਂਕਿ ਪ੍ਰਥਮ ਦੇਹ ਹੈ ਕਾਰਨ ਮਾਇਆ ਜਾਂ ਕੇ ਬਲ ਸਭ ਜਗਤ ਉਪਾਇਆ। ਹਾਂ, ਕਹਿੰਦੇ ਵੀ ਪਹਿਲੀ ਜਿਹੜੀ ਉਹਦੀ ਮਤਲਬ ਦੇਹ ਹੈ ਨਾ, ਹੁਣ ਤਿੰਨ ਦੇਹਾਂ ਕਹੀਆਂ ਸੀ ਨਾ, ਤੀਨ ਦੇਹ ਹੈ ਈਸ਼ ਕੀ, ਉਹ ਕਹਿੰਦੇ ਕਿਹੜੀਆਂ ਨੇ? ਪ੍ਰਥਮ ਦੇ ਕਾਰਨ ਸੂਖਮ ਸਥੂਲ, ਤੁਸੀਂ ਰਜੋ ਤਮੋ ਵੱਲ ਲੈ ਕੇ ਜਾਓ। ਠੀਕ ਹੈ। ਅੱਛਾ, ਤਿੰਨ ਦੇਹ ਹੈ, ਤੀਨ ਦੇਹ ਹੈ ਈਸ਼ਵਰ ਦੀ। ਪ੍ਰਥਮ ਦੇਹ ਹੈ, ਪਹਿਲੀ ਦੇਹ ਕਾਰਨ ਮਾਇਆ ਹੈ।
ਈਸ਼ਵਰ ਦਾ ਸਰੂਪ ਜਿਹੜਾ ਹੈ, ਈਸ਼ਵਰ ਦੀ ਦੇਹ ਹੈ ਜਿਹੜੀ ਪਹਿਲੀ, ਉਹ ਕਾਰਨ ਮਾਇਆ ਹੈ। ਜਾ ਕੇ ਬਲ ਸਭ ਜਗਤ ਪਾਇਆ, ਜਿਹਦੇ ਬਲ ਨਾਲ ਉਹਨੇ ਸਾਰੀ ਦੁਨੀਆ ਪੈਦਾ ਕੀਤੀ। ਕਿਉਂਕਿ ਜੇ ਉਹ ਨਾ ਹੋਵੇ ਤਾਂ ਮਤਲਬ ਦੇਹ ਤੋਂ ਬਿਨਾਂ ਤਾਂ ਕੋਈ ਹੁੰਦਾ ਨਹੀਂ। ਕਾਰਨ ਦੇ ਜਿਹੜੀ ਹੈ ਉਹਦੀ ਮੇਨ ਉਹ ਮਾਇਆ ਹੈ। ਅੱਗੇ ਜਾ ਕੇ ਅਨੁਭਵ ਜਾਣੀਆਂ ਗੱਲਾਂ ਹੈ, ਅਜੇ ਤੁਸੀਂ ਪੜ੍ਹੀ ਚੱਲੋ। ਹਾਂਜੀ। ਪ੍ਰਥਮ ਦੇਹ ਹੈ ਕਾਰਨ ਮਾਇਆ, ਜਾ ਕੇ ਬਲ ਸਭ ਜਗਤ ਪਾਇਆ, ਤਾਂ ਕਿ ਆਦ ਨ ਕੋਊ ਲਹੈ, ਸਤ ਅਸਤ ਨਾ ਵੇਦੋ ਕਹੈ। ਉਹ ਜਿਹੜੀ ਕਾਰਨ ਮਾਇਆ ਹੈ, ਜਿਹੜੀ ਈਸ਼ਵਰ ਦੀ ਪਹਿਲੀ ਦੇਹ ਹੈ, ਉਹਦਾ ਆਦ ਕੋਈ ਨਹੀਂ ਜਾਣਦਾ। ਠੀਕ ਹੈ ਜੀ। ਕਦੋਂ ਤੋਂ ਹੈ? ਕਰੋੜ ਸਾਲ ਹੈ, ਅਰਬ ਸਾਲ ਹੈ, ਖਰਬ ਸਾਲ ਹੈ, ਕਿੰਨੀ ਜੀਰੋ ਲਾਈ ਜੋ, ਸਿਫਰ ਸਿਫਰ ਲਾਈ ਜੋ, ਉਹਦਾ ਸਾਲਾਂ ਸੂਲਾਂ ਤੋਂ ਪਰੇ ਹੈ ਕੰਮ। ਠੀਕ ਹੈ ਜੀ। ਉਹ ਸਾਲਾਂ 'ਚ ਆਉਣਾ ਹੀ ਨਹੀਂ, ਕਿਉਂਕਿ ਸਾਲ ਤਾਂ ਆਪਾਂ ਸੂਰਜ ਦੇ ਹਿਸਾਬ ਨਾਲ ਬਣਾਏ ਹੋਏ ਨਾ। ਇਹ ਸੂਰਜ ਤੋਂ ਪਰੇ ਸਾਲ ਦੱਸੋ ਕਿੱਡੇ ਵੱਡੇ ਹੋਣਗੇ। ਠੀਕ ਹੈ ਜੀ। ਜਿਹੜੇ ਉਸ ਤੋਂ ਵੱਡੇ ਹੋਰ ਸੂਰਜ ਨੇ, ਉਹਨਾਂ ਦੇ ਆਲੇ ਦੁਆਲੇ ਜਿਹੜੇ ਗ੍ਰਹਿ ਘੁੰਮਦੇ ਨੇ, ਉਹਨਾਂ ਕਿੰਨੇ ਕਰੋੜਾਂ ਸਾਲਾਂ 'ਚ ਉਹਨਾਂ ਦਾ ਦਿਨ ਕਿੱਡਾ ਵੱਡਾ। ਇਹ ਤਾਂ ਹੁਣ ਸਾਹਮਣੇ ਸਾਇੰਸ ਨੇ ਸਾਬਤ ਕੀਤਾ ਹੈ ਵੀ ਮਤਲਬ ਵੱਖਰੇ ਟਾਈਮ ਟੂਮ ਦਾ ਕੋਈ ਪਤਾ ਨਹੀਂ ਹੈ। ਟਾਈਮ ਟੂਮ ਆਪਣੀ ਕਲਪਨਾ ਹੀ ਹੈ। ਅਸੀਂ ਟਾਈਮ ਦੀ ਕਲਪਨਾ ਕਰੀ ਬੈਠੇ ਹਾਂ ਵੀ ਹੁਣ ਸ਼ਾਮ ਹੋ ਗਈ ਹੈ, ਸਵੇਰ ਹੋ ਗਈ ਹੈ। ਇਹ ਅਸੀਂ ਕਹਿੰਦੇ ਹਾਂ ਨਾ ਸ਼ਾਮ ਹੋ ਗਈ ਹੈ, ਅਸੀਂ ਕਹਿੰਦੇ ਵੀ 8 ਵਜੇ ਹੈ। ਹਾਂਜੀ, ਉਹ ਸਾਡੀ ਕਲਪਨਾ ਨਾ, ਘੜੀ ਬਣਾਈ ਹੈ, ਹੋਰ ਸਾਰਾ ਸਿਸਟਮ ਬਣਾਇਆ। ਉਹਦਾ ਕੋਈ ਆਦ ਨਹੀਂ ਜਾਣਦਾ। ਪ੍ਰਥਮ ਦੇਹ ਹੈ ਕਾਰਨ ਮਾਇਆ, ਜਾ ਕੇ ਬਲ ਸਭ ਜਗਤ ਪਾਇਆ, ਤਾਂ ਕਿ ਆਦ ਨਾ ਕੋਊ ਕਹੈ, ਕੋਊ ਲਹੈ। ਉਹਦਾ ਮੁੱਢ ਕੋਈ ਨਹੀਂ ਲੈਂਦਾ। ਸਤ ਅਸਤ ਨਾ ਵੇਦੋ ਕਹੈ। ਕਹਿੰਦੇ ਵੇਦ ਉਹਨੂੰ ਨਾ ਕਹਿੰਦੇ ਸਤ ਤੇ ਨਾ ਅਸਤ। ਵੇਦ ਵਿੱਚ ਉਹਦੀ ਵਿਚਾਰ ਕੀਤੀ ਹੈ ਵੀ ਮਾਇਆ ਸੱਤ ਹੈ। ਉਹ ਕਹਿੰਦੇ ਸੱਤ ਹੋਵੇ ਤੇ ਫਿਰ ਟਿਕਣੀ ਚਾਹੀਦੀ ਹੈ। ਉਹ ਸਦਾ ਟਿਕਦੀ ਨਹੀਂ। ਜਿਹੜੀ ਚੀਜ਼ ਸੱਚੀ ਹੈ ਉਹ ਤਾਂ ਸਦਾ ਹੋਣੀ ਚਾਹੀਦੀ ਨਾ। ਇਹ ਤਾਂ ਬਦਲਦੀ ਹੈ, ਪਰਿਵਰਤਨ ਸੀ, ਇਸੇ ਸੱਤ ਨਹੀਂ। ਫਿਰ ਕਹਿੰਦੇ ਅਸੱਤ ਹੋਏਗੀ, ਝੂਠ ਹੋਏਗੀ। ਕਹਿੰਦੇ ਫਿਰ ਦਿਸਦੀ ਕਿਉਂ ਹੈ? ਜਿਹੜੀ ਚੀਜ਼ ਦਿਸਦੀ ਹੈ ਉਹ ਵੀ ਤਾਂ ਫਿਰ ਗੱਲ ਹੈ ਨਾ। ਉਹ ਕਹਿੰਦੇ ਇਹਦਾ ਮਤਲਬ ਵੀ ਨਾ ਸੱਤ ਹੈ ਨਾ ਸੱਤ ਹੈ, ਅੰਦਰ ਵਚਨੀ ਹੈ। ਅੰਦਰ ਵਚਨੀ ਉਹਨਾਂ ਦਾ ਕੁਛ ਨਹੀਂ ਕਹਿ ਸਕਦੇ। ਠੀਕ ਹੈ। टीका प्रथमे कारण शरीर माया है, ईश्वर का जिस माया के बल से संपूर्ण जगत को पैदा किया है, तिस माया का आद कोई जानता नहीं। वेद भी तिसको न सत्य न असत्य कहता है। दोहरा पांच तत्व ताते भये, प्रथमे सूक्ष्म रूप। ਉਹ ਜਿਹੜੀ ਕਾਰਨ ਮਾਇਆ ਹੈ ਈਸ਼ਵਰ ਦੀ ਦੇਹ ਹੈ। ਠੀਕ ਹੈ। ਉਹਦੇ ਚ ਪਹਿਲਾਂ ਪੰਜ ਤੱਤ ਜਿਹੜੇ ਨੇ ਸੂਖਮ ਰੂਪ ਚ ਪੈਦਾ ਹੁੰਦੇ ਨੇ। ਅਸੀਂ ਜਿਹੜੇ ਪੰਜ ਤੱਤ ਦੇਖੇ ਉਹ ਸਥੂਲ ਦੇਖੇ ਆ। ਅੱਛਾ ਜੀ। ਹਾਂਜੀ। ਆਕਾਸ਼, ਅਗਨੀ, ਵਾਯੂ, ਧਰਤੀ, ਪਾਣੀ, ਜੋ ਵੀ ਹੈ। ਪਰ ਪਹਿਲਾਂ ਸੂਖਮ ਰੂਪ ਚ ਹੁੰਦੇ ਆ, ਫਿਰ ਸਥੂਲ ਚ ਹੁੰਦੇ ਆ। ਅੱਛਾ ਜੀ। ਆਮ ਲੋਕੀ ਇਹ ਸੋਚੀ ਬੈਠੇ ਵੀ ਪਹਿਲਾਂ ਸਥੂਲ ਹੋਏ ਹੋਣਗੇ। ਉਹ ਕਿੱਥੋਂ ਹੋ ਸਕਦੇ? ਪਹਿਲਾਂ ਤਾਂ ਸੂਖਮ ਹੋਏਗਾ। ਪਹਿਲਾਂ ਮਾਂ ਦੇ ਪੇਟ 'ਚ ਬੱਚਾ ਦਾੜੀ ਆ ਜਾਂਦੀ? ਨਹੀਂ ਆਉਂਦੀ। ਕਿੱਡਾ ਸੂਖਮ ਹੁੰਦਾ ਨਾ। ਉਦੋਂ ਬਾਅਦ ਹੀ ਸਥੂਲ ਹੁੰਦਾ ਵੱਡਾ ਤਗੜਾ ਪਹਿਲਵਾਨ ਬਣ ਜਾਂਦਾ। ਇਹਦਾ ਪਹਿਲਾਂ ਜਿਹੜੇ ਪੰਜ ਤੱਤ ਨੇ ਸੂਖਮ ਰੂਪ 'ਚ ਪ੍ਰਗਟ ਹੋਏ ਨੇ। ਪੰਜ ਤੱਤ ਤਾਂਤੇ ਪਏ ਪ੍ਰਥਮੇ ਸੂਖਮ ਰੂਪ, ਪਹਿਲਾਂ ਸੂਖਮ ਰੂਪ 'ਚ ਪ੍ਰਗਟ ਹੋਏ ਨੇ। ਉਹ ਕਿਹੜੇ ਨੇ? ਸ਼ਬਦ, ਸਪਰਸ, ਰੂਪ, ਰਸ, ਗੰਧ, ਕਹਿਤ, ਕਵ, ਭੂਪ। ਹਾਂ, ਉਸ ਕਾਰਨ ਮਾਇਆ ਤੋਂ ਸ਼ਬਦ, ਸਾਊਂਡ, ਆਵਾਜ਼, ਧੁਨੀ, ਹਾਂਜੀ, ਸ਼ਬਦ, ਸਪਰਸ਼ ਜਿਹੜਾ ਏਦਾਂ ਛੂਹਿਆਂ ਪਤਾ ਲੱਗਦਾ, ਰੂਪ ਜੋ ਅੱਖਾਂ ਨਾਲ ਗ੍ਰਹਿਣ ਕੀਤਾ ਜਾਂਦਾ, ਰਸ ਜੋ ਜੀਭ ਰਾਹੀਂ ਗ੍ਰਹਿਣ ਕੀਤਾ ਜਾਂਦਾ, ਗੰਧ ਜੋ ਨਾਸਿਕਾ ਰਾਹੀਂ ਕੀਤਾ ਜਾਂਦਾ। ਇਹ ਵਿਦਵਾਨਾਂ ਨੇ ਕਹੇ ਹਨ, ਪਰ ਇਹ ਵੀ ਮੈਂ ਤੁਹਾਨੂੰ ਸਥੂਲ ਰੂਪ ਦੱਸੇ ਨੇ। ਅੰਦਰ ਸੂਖਮ ਖੇਡ ਹੈ ਇਹਦੀ। ਅੱਛਾ ਜੀ। ਸੂਖਮ ਹੈ। मरहठ टीका पांच तत्व त्वै तिस माया के पहले सूक्ष्म रूप उत्पत्त हुए, कव श्रोमण कहते हैं कि शब्द, स्पर्श, रूप, रस, गंध ये पांच तत्व जानने हैं। मरहटा छंद इनकी सूक्ष्म दे भई, सो हिरण्य गर्भ कहावै। हाँ, हिरण्य गर्भ की है ये पूछा ही ना। कहते ਇਹ ਜਿਹੜੇ ਮਤਲਬ ਪੰਜ ਤੱਤ ਕਾਰਨ ਮਾਇਆ ਤੋਂ ਹੋਏ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਈਸ਼ਵਰ ਦੀ ਸੂਖਮ ਦੇਹ ਹੈ। ਈਸ਼ਵਰ ਦੀ ਇਹ ਸੂਖਮ ਦੇਹ ਹੈ।
ਉਸ ਸੂਖਮ ਦੇਹ ਨੂੰ ਹੀ ਹਿਰਣੇ ਗਰਭ ਕਹਿੰਦੇ ਆ। ਅੱਛਾ ਜੀ। ਜਿਹੜਾ ਸ਼ਬਦ ਸਪਰਸ਼ ਰੂਪ ਰਸ ਗੰਧ ਮਾਰੇ ਕਾਲ ਪੁਰਖ ਨੇ 5 ਸ਼ਕਤੀਆਂ ਪੈਦਾ ਕੀਤੀਆਂ, 5 ਤੱਤ ਉਹ ਤਨ ਰਚੇ ਉਹ ਜਾਨੋ ਚਤੁਰ ਸੁਜਾਨ, ਉਹ ਜਿਹੜੀ ਉਹ ਖੇਡ ਹੈ ਉਹੀ ਹਿਰਣੇ ਗਰਭ ਕਹੀ ਜਾਂਦੀ। ਹਿਰਣੇ ਗਰਭ ਈਸ਼ਵਰ ਦਾ ਸਰੂਪ ਹੈ। ਹਾਂਜੀ। ਸਭ ਜੀਵਨ ਕੇ ਆਪਨ ਹੀ ਤੇ ਲਿੰਗ ਸਰੀਰ ਬਣਾਵੇ, ਉਹ ਸਾਰੇ ਜੀਵਾਂ ਦੇ ਆਪਣੇ ਵਿੱਚੋਂ ਹੀ ਸਥੂਲ ਸੂਖਮ ਸਰੀਰ ਬਣਾ ਲੈਂਦਾ। ਇਹ ਜਿਹੜੀ ਸੂਖਮ ਦੇਹ ਹੈ ਸ਼ਬਦ ਸਪਰਸ਼ ਰੂਪ ਰਸ ਗੰਧ ਈਸ਼ਵਰ ਦੀ ਹਿਰਣੇ ਗਰਭ, ਉਹਦੇ ਵਿੱਚੋਂ ਸਾਡਾ ਸਾਰਿਆਂ ਦਾ 5 ਤੱਤਾਂ ਵਾਲਾ ਸਿਸਟਮ ਜਿਹੜਾ ਸ਼ਬਦ ਸਪਰਸ਼ ਰੂਪ ਰਸ ਗੰਧ ਸਾਡੇ ਵਿੱਚ ਵੀ ਹੈ ਨਾ। ਅਸੀਂ ਸੁਣਦੇ ਵੀ ਹਾਂ, ਦੇਖਦੇ ਵੀ ਹਾਂ, ਸੁੰਘਦੇ ਵੀ ਹਾਂ, ਅਸੀਂ ਸਪਰਸ਼ ਵੀ ਕਰਦੇ ਹਾਂ। ਇਹ ਉਹਦੇ ਵਿੱਚੋਂ ਬਣੇ ਨੇ। ਠੀਕ ਹੈ ਜੀ। ਉਹਦੇ ਵਿੱਚੋਂ ਛਾਂਦਾ ਮਿਲਿਆ ਹੈ ਸਾਰਿਆਂ ਨੂੰ। ਇੰਦਰੀ ਮਨ ਬੁੱਧ ਪ੍ਰਾਣ ਸਭੈ ਜਾਂ ਸਭ ਕੇ ਰਚੇ ਵਿੱਚ ਵਿਚਾਰੀ। ਫਿਰ ਉਹਦੇ ਵਿੱਚੋਂ ਇੰਦਰੀਆਂ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਫਿਰ ਮਨ ਸੰਕਲਪ ਵਿਕਲਪ ਦੀ ਬਿਰਤੀ, ਫਿਰ ਬੁੱਧੀ ਤੇ ਫਿਰ ਪ੍ਰਾਣ, ਇਹ ਸਾਰਿਆਂ ਦੇ ਬਣਾਉਂਦਾ ਹੈ। ਹਾਂਜੀ। ਕਹੀਏ ਸੂਤਰ ਆਤਮਾ ਸੋਈ ਸਭ ਹੀ ਵਿਦ ਨਿਰਧਾਰੀ। ਕਹੀਏ ਸੂਤਰ ਆਤਮਾ ਸੋਈ, ਉਸੇ ਨੂੰ ਸੂਤਰ ਆਤਮਾ ਕਹਿੰਦੇ ਆ। ਠੀਕ ਹੈ। ਇਹ ਸ਼ਬਦ ਆਉਂਦਾ ਸੂਤਰ ਆਤਮਾ, ਕਹਿੰਦੇ ਉਹ ਸੂਤਰ ਆਤਮਾ ਉਹੀ ਹੈ। ਸਭ ਹੀ ਵਿਦ ਨਿਰਣੈ ਕਰਕੇ ਦੇਖੋਗੇ ਨਾ, ਫਿਰ ਉਹ ਤੁਹਾਨੂੰ ਪਤਾ ਲੱਗੇਗਾ ਕਿ ਸਾਰਿਆਂ ਦੇ ਅੰਦਰ ਜੋ ਕਿ ਸੂਤਰ ਆਤਮਾ ਦਾ ਇਹ ਵੀ ਜਿਵੇਂ ਮਣਕੇ ਦੀ ਮਾਲਾ ਦੇ ਵਿੱਚ ਇਹ ਸੂਤਰ ਹੈ ਨਾ। ਠੀਕ ਹੈ। ਤੇ ਇੱਦਾਂ ਹੀ ਸਾਰਿਆਂ ਦੇ ਵਿੱਚ ਇੱਕ ਜਿਹੜੀ ਸੂਤਰ ਆਤਮਾ ਹੈ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਉਹ ਇਸ ਤਰ੍ਹਾਂ ਜਾਣ ਲਓ ਕਿ ਅਕਾਲ ਪੁਰਖ ਈਸ਼ਵਰ ਦੇ ਸੂਖਮ ਸਰੀਰ ਵਿੱਚੋਂ ਸਾਡੇ ਸੂਖਮ ਸਰੀਰ ਬਣੇ ਨੇ। ਇੰਦਰੀਆਂ ਮਨ ਬੁੱਧ ਪ੍ਰਾਣ ਸਾਰੇ ਉਹਨੂੰ ਹੀ ਸੂਤਰ ਆਤਮਾ ਕਹਿੰਦੇ ਨੇ। इन 5 सूक्ष्म तत्वों इन 5 सूक्ष्म तत्वों से भई हुई सूक्ष्म देह है। उस सूक्ष्म देह का अभिमानी चेतन हिरण्य गर्भ कहावा है। वह सूक्ष्म देह का अभिमानी चेतन सब जीवों के अपने सूक्ष्म शरीर से सूक्ष्म मही शरीर रचे हैं। इंद्रिय मन बुद्ध प्राण यह सब सर्व के विचार पूर्वक बनाए सर्व प्रकार से निर्णय किया है कि सूक्ष्म देह के अभिमानी चेतन को ही चेतन को ही सूत्रात्मा कहते हैं। हाँ। दोहरा स्थूल तत्व 5 प्रगट तिन ते सब ब्रह्मांड। हाँ, फिर स्थूल 5 तत्व ਹੁੰਦੇ ਨੇ, ਉਹਨਾਂ ਦਾ ਸਾਰਾ ਬ੍ਰਹਮੰਡ ਹੁੰਦਾ। ਉਹ ਕਿਹੜੇ ਹੁੰਦੇ ਨੇ? ਨਭ ਅਰ ਪਵਨ ਸੁਤੇਜ ਜਲ ਔਰ ਪ੍ਰਿਥਵੀ ਨਵ ਖੰਡ। ਕਹਿੰਦਾ ਜਦੋਂ ਤੈਨੂੰ ਪੜ੍ਹਦਾ ਹੋਗਾ ਤੈਨੂੰ ਬ੍ਰਿਜ ਭਾਸ਼ਾ ਦੇ ਗ੍ਰੰਥ ਨਹੀਂ ਪੜ੍ਹਨੇ ਆਏ ਤੈਨੂੰ। ਨਭ ਅਰ ਪਵਨ ਸੁਤੇਜ ਜਲ ਔਰ ਪ੍ਰਿਥਵੀ ਨਵ ਖੰਡ। ਨਭ ਆਕਾਸ਼, ਪਵਨ ਹਵਾ, ਤੇਜ ਅਗਨੀ, ਜਲ ਪਾਣੀ, ਪ੍ਰਿਥਵੀ 9 खंडा सहित ये पैदा हुई है। टीका इन सूक्ष्म तत्वों से यह स्थूल तत्व 5 प्रकट हुए, इनसे सर्व ब्रह्मांड पैदा हुए, जैसे कि आकाश, पवन, अगन, जल, पृथ्वी और 9 खंड हैं। पृथ्वी के 9 खंड। स्थूल देह यह ईश की स्थूल तत्व की जान। हाँ, स्थूल देह या ईश की। हाँ जी। ईश्वर दी स्थूल देह स्थूल तत्तां दी बनी हुई है। ਜਿਹਨੂੰ ਕਹਿੰਦੇ ਈਸ਼ਵਰ ਦੀ ਇੱਕ ਤਾਂ ਹੈਗੀ ਸੀ ਕਾਰਨ ਦੇ, ਕਿਹੜੀ ਸੀ ਉਹ? ਮਾਇਆ। ਜੋ ਪੜ ਗਿਆ ਤੇ ਉਹ ਜਿਹੜੀ ਸੂਖਮ ਦੇ ਸੀ ਉਹ ਕਿਹੜੀ ਸੀ? ਸ਼ਬਦ ਸਪਰਸ਼ ਰੂਪ ਰਸ ਗੰਧ। ਤੇ ਜਿਹੜੀ ਇਹਦੀ ਸਥੂਲ ਦੇ ਉਹ ਕੀ ਹੈ? 5 ਆਕਾਸ਼, ਅਗਨੀ, ਵਾਯੂ, ਜਲ, ਪ੍ਰਿਥਵੀ। ਸਥੂਲ ਦੇ ਜਾਂ ਇਸ਼ਕੀ ਸਥੂਲ ਤੱਤਵ ਕੀ ਜਾਣ। 3 ਦੇਹ ਨੇ ਨਾ, ਇੱਕ ਉਹਦੀ ਕਾਰਨ ਦੇ ਹੈ ਮਾਇਆ, ਇੱਕ ਉਹਦੀ ਸੂਖਸ਼ਮ ਦੇ ਹੈ, ਇੱਕ ਉਹਦੀ ਸਥੂਲ ਦੇ ਹੈ। ਸਥੂਲ ਤੱਤਵ ਕੀ ਜਾਣ ਯਾਹੀ ਮੈਂ ਸਭ ਜੀਵ ਕੀ ਦੇਹੀ ਲੀਜੈ ਮਾਨ। ਇਹਦੇ ਵਿੱਚ ਹੀ ਇਹਦੇ ਵਿੱਚ ਸਾਰਿਆਂ ਦੀ ਜੀਆਂ ਦੀਆਂ ਦੇਹਾਂ ਨੇ। यह स्थूल देह ईश की स्थूल तत्वों की जाननी, इसमें सब जीवों की देही मान लीजिए। कबित
सिर है आकाश सवास नाश का पवन वास। ਸਿਰ ਹੈ ਆਕਾਸ਼, ਉਹਦਾ ਜਿਹੜਾ ਈਸ਼ਵਰ ਦਾ ਸਿਰ ਹੈ ਆਕਾਸ਼ ਹੈ। ਉਹਦੇ ਸਵਾਸ ਕਿਹੜੇ ਨੇ ਨਾ, ਉਹਦੀ ਨਾਸਕਾ ਕਿਹੜੀ ਹੈ, ਸਵਾਸ ਕਿਹੜੇ ਨੇ, ਹਵਾ ਜਿਹੜੀ ਚੱਲ ਰਹੀ ਹੈ सूर ਜਿਹੜੀ। ਅੱਛਾ, ਸੂਰ ਸਸ ਨੈਣ, ਸੂਰਜ ਤੇ ਚੰਦਰਮਾ ਦੀਆਂ ਅੱਖਾਂ ਨੇ, मुख अनल को कर है। ਤੇ ਅਗਨੀ ਉਹਦਾ ਮੂੰਹ ਹੈ, ਮੂੰਹ 'ਚ ਪਾ ਕੇ ਖਾਧਾ ਜਾਂਦਾ ਨਾ, ਅੱਗ ਵਿੱਚ ਜੋ ਪਾਓ ਭਸਮ ਹੋ ਜਾਂਦਾ। हर हर पूजा दो। ਹਰ ਹਰ ਵਿਸ਼ਨੂੰ ਤੇ ਸ਼ਿਵ ਜੀ, ਹਾਂਜੀ। ਹੀਏ ਚਤੁਰਾਰਨ ਹੈ। ਹਰ ਹਰ ਪੂਜਾ ਦੋ, ਸ਼ਿਵ ਜੀ ਤੇ ਵਿਸ਼ਨੂੰ ਦੀ ਬਾਹਾਂ ਨੇ। ਅੱਛਾ ਜੀ, ਹਰ ਦਾ ਅਰਥ ਠੀਕ ਹੈ। ਹਰ ਜਿਹੜਾ ਬਿਨਾਂ ਸਿਹਾਰੀ ਦੇ ਹੁੰਦਾ ਨਾ, ਉਹ ਸ਼ਿਵ ਜੀ ਹੁੰਦਾ। ਠੀਕ ਹੈ, ਸਿਹਾਰੀ ਵਾਲਾ ਹੁੰਦਾ ਉਹਦਾ ਵਿਸ਼ਨੂੰ ਅਰਥ ਹੁੰਦਾ। ਠੀਕ ਸਰ। ਹਰ ਹਰ ਪੂਜਾ ਦੋ, ਉਹਦੀ ਦੋ ਬਾਹਾਂ ਨੇ। ਹੀਏ ਚਤੁਰਾਰਨ, ਬ੍ਰਹਮਾ ਉਹਦਾ ਹਿਰਦਾ ਹੈ। ਚਤੁਰਾਰਨ ਹਾਂ, ਉਧਰ ਸਕਲ ਲੋਕ, ਸਮੁੰਦਰ, ਜਿੰਨੇ ਵੀ ਸਾਰੇ ਲੋਕ ਨੇ, ਉਹਦਾ ਪੇਟ ਹੈ। ਬਾਣੀ ਵੇਦ ਰਰ ਹੈ, ਉਹਦੀ ਬੋਲੀ ਬਾਣੀ ਕੀ ਹੈ, ਵੇਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਹਾਂਜੀ। ਪਰਬਤ ਅਸਤ ਰੋਮ, ਪਰਬਤ ਅਸਤ, ਪਹਾੜ ਉਹਦੀਆਂ ਹੱਡੀਆਂ ਨੇ। ਰੋਮ ਸਕਲ ਬਨਸਪਤੀ, ਜਿੰਨੇ ਵੀ ਬਨਸਪਤੀ ਘਾਹ ਤੋਂ ਲੈ ਕੇ ਚੰਦਨ ਤੱਕ 18 ਭਾਰ ਧਰਤੀ ਦੇ, ਇਹ ਉਹਦੇ ਰੋਮ ਨੇ, ਜਿਵੇਂ ਤੇਰੇ ਸਰੀਰ ਦੇ ਰੋਮ ਨੇ। ਹਾਂਜੀ। ਮੇਘਮਾਲ ਬਿਰਯ, ਜਿਹੜਾ ਬੱਦਲ ਨੇ 56 ਕਰੋੜ ਮੇਘਮਾਲ, ਇਹ ਉਹਦਾ ਬੀਰਜ ਹੈ, ਬੱਚੇ ਪੈਦਾ ਕਰਦਾ। ਮੀਂਹ ਪੈਂਦਾ ਸਾਰਾ ਉਹ 'ਚ ਪੈਦਾ ਹੁੰਦਾ ਨਾ। ਪਾਤਾਲ ਪਾਵ ਤਰ ਹੈ, ਹਾਂ, ਪਤਾਲ ਉਹਦੇ ਪੈਰ ਨੇ। ਹਾਂਜੀ। ਅਲਖ ਸਰੂਪ ਜਾਕੀ ਮਹਿਮਾ ਨੂਪ ਦੇਖੋ। ਅਲਖ ਅਰੂਪ, ਰੂਪ ਅਲਖ ਹੈ, ਲਿਖਿਆ ਨਹੀਂ ਜਾ ਸਕਦਾ, ਅਰੂਪ ਹੈ, ਰੂਪ ਤੋਂ ਰਹਿਤ ਹੈ। ਜਾ ਕੀ ਮਹਿਮਾ ਅਨੂਪ ਦੇਖੋ, ਜਿਹਦੀ ਮਹਿਮਾ ਅਨੂਪ ਹੈ, ਉਪਮਾ ਤੋਂ ਰਹਿਤ ਹੈ। ਉਪਮਾ ਕਿਹਦੇ ਨਾਲ ਦਿਓਗੇ? ਉਪਮਾ ਹਮੇਸ਼ਾ ਕਿਸੇ ਦੇ ਬਰਾਬਰ ਐਗਜ਼ੈਂਪਲ ਦੇਣੀ ਪੈਂਦੀ। ਫਲਾਣਾ ਚੰਨ ਵਰਗਾ ਹੈ, ਫਲਾਣਾ ਬੜਾ ਪਹਿਲਵਾਨ ਹੈ, ਉਹਦੀ ਛਾਤੀ ਖਲਾਸ ਦੇ ਪੁੜ ਵਰਗੀ ਹੈ, ਉਹਦੀਆਂ ਬਾਹਾਂ ਹਾਥੀ ਦੀ ਸੁੰਡ ਵਰਗੀਆਂ ਨੇ। ਅਕਾਲ ਪੁਰਖ ਨੂੰ ਤੁਸੀਂ ਕਿਹਦੀ ਉਪਮਾ ਦਿਓਗੇ, ਕਿਹਦੇ ਵਰਗਾ ਕਹੋਗੇ? ਉਹ ਅਨੂਪ ਹੈ। ਵਹ ਵਿਸ਼ਵ ਭੂਪ, ਵਹ ਵਿਸ਼ਵ ਰੂਪ ਧਰ ਹੈ। ਵਹ ਵਿਸ਼ਵ ਭੂਪ, ਸਾਰੇ ਵਿਸ਼ਵ ਦਾ ਰਾਜਾ ਹੈ। ਵਹ ਵਿਸ਼ਵ ਰੂਪ ਧਾਰ, ਆਪ ਹੀ ਉਹਨੇ ਵਿਸ਼ਵ ਰੂਪ ਧਾਰਨ ਕੀਤਾ ਹੋਇਆ, ਸ੍ਰਿਸ਼ਟੀ ਬਣਿਆ ਹੋਇਆ। टीका स्थूल रूप कहते हैं कि आकाश सिर है, नासिका वसन वाले श्वास पवन है, सूरज और चंद्रमा नेत्र है, मुंह अगन का किया है, शिव विष्णु दोनों बाਹਾਂ हैं। ਆਪਣੇ ਪਿੱਛੇ ਕੋਈ ਮਤਲਬ ਭੱਜ ਲੱਗਾ ਤੇ ਨਹੀਂ ਵੀ ਆਪਾਂ ਮਤਲਬ ਬੜੀ ਸਪੀਡ ਨਾਲ ਆਪਾਂ ਮਤਲਬ ਕਿਤੇ ਸੰਪੂਰਨ ਲੋਗ ਪਟ ਹੈ, पेट है। बाणी वेद कहा है, पहाड़ हड्ड है, सारी वनस्पति रोम है, 96 करोड़ मेघ माला बिरया है, पाताल पैर है, अलख जो लखा न जाए, और अरूप जिसका रूप न होए, जिसकी महिमा उपमा से कहते हैं वह परमात्मा, विश्व सृष्टि का राजा, वही सृष्टि का रूप धरेगा। दोहरा समझो पुरख विराट जो कीनो आप बखान। ਸਿੱਖ ਨੇ ਸਵਾਲ ਕੀਤਾ, ਮਹਾਰਾਜ ਆਪ ਜੀ ਨੇ ਜੋ ਵਿਰਾਟ ਰੂਪ ਦੱਸਿਆ ਉਹ ਮੈਨੂੰ ਸਮਝ ਆ ਗਈ ਹੈ। ਹਾਂਜੀ। ਕਬ ਤੈ ਹੈ ਕਬ ਲੋ ਰਹੇ, ਕਹੀਆ ਸਭੈ ਪ੍ਰਮਾਨ। ਕਦੋਂ ਤੋਂ ਹੈ, ਕਦੋਂ ਤੱਕ ਰਹੇਗਾ, ਇਹਦਾ ਸਾਰਾ ਮੈਨੂੰ ਹਿਸਾਬ ਕਿਤਾਬ ਪ੍ਰਮਾਣ ਦੱਸੋ। ਸ਼੍ਰੀ ਗੁਰੂ ਵਾਚ ਦੋਹਰਾ, ਬ੍ਰਹਮਾ ਹੀ ਕੀ ਆਏ ਲੋ, ਜਾਂ ਕੋ ਪਦਿਓ ਪ੍ਰਮਾਨ। ਕਹਿੰਦੇ ਇਹਦਾ ਜਿਹੜਾ ਪ੍ਰਮਾਣ ਹੈ ਉਹ ਬ੍ਰਹਮਾ ਜੀ ਦੀ ਉਮਰ ਤੱਕ ਬੰਨਿਆ ਹੋਇਆ ਹੈ। ਅੱਛਾ ਜੀ। ਹਾਂਜੀ। ਸੁਨ ਅਬ ਤੋ ਸੋ ਕਹਿਤ ਹੂੰ, ਜੈ ਹੈ ਸਭ, ਜੋ ਹੈ ਸਭ ਵਿਧਾਨ। ਸਾਰੀ ਮਰਜ਼ਾਦਾ ਹੈ ਕਾਲ ਪੁਰਖ ਨੇ ਬਣਾਈ ਹੋਈ, ਉਹ ਤੈਨੂੰ ਦੱਸਦੇ ਆ। ਬ੍ਰਹਮਾ ਦੀ ਆਯੂ ਤੱਕ ਇਹਦਾ ਹਿਸਾਬ ਕਿਤਾਬ ਹੈ। ਠੀਕ ਹੈ ਜੀ। 17,00,000 ਹੈ, ਯੁਗ 7 ਚਹੋਂ ਪਗ ਜਾਨੋ। 17,28,000 ਸਾਲ ਸਤਿਯੁਗ ਦੀ ਉਮਰ ਹੈ। 4 ਪੈਰਾਂ ਤੇ ਖੜਾ ਹੈ। 7 ਤਪ ਜਗ ਦੇ ਦਾਨ, ਇਹ ਧਰਮ ਦੇ 4 ਪੈਰ ਪੂਰੇ ਸੀਗੇ ਸਤਿਯੁਗ ਵਿੱਚ। 17,28,000 ਸਾਲ ਸਤਿਯੁਗ ਦੀ ਉਮਰ ਹੈ। 12,00,096 ਤੇਤਾ ਤਹਾਂ ਪਗ 3 ਬਖਾਨੋ। 12,96,000 ਸਾਲ
ਇਹ ਤ੍ਰੇਤੇ ਦੀ ਉਮਰ ਹੈ। 3 ਪੈਰਾਂ ਤੇ ਖੜਾ, ਤਪ ਜਗ ਦਾਨ। ਹਾਂਜੀ ਠੀਕ ਹੈ। 8,01,64 ਦੁਆਪਰ ਦਵੈ ਪਗ ਧਰਮ ਕੇ ਮਾਨੋ। 8 ਲੱਖ ਤੇ 64,000 ਇਹ ਦੁਆਪਰ ਦੇ ਦੀ ਉਮਰ ਹੈ। ਦੋ ਪਗ ਧਰਮ ਦੇ ਨੇ, ਕਿਹੜੇ? ਜਗ ਤੇ ਦਾਨ। 400 लाख 32 हजारों है काल एक पग ठहरानो। 4,32,000 ਕਲਯੁਗ ਦੀ ਉਮਰ ਹੈ। ਇੱਕੋ ਪੈਰ ਤੇ ਖੜਾ, ਉਹ ਦਾਨ ਹੈ। ਹਾਂਜੀ ठीक है। सतयुग की उम्र 17,28,000 वर्ष और धर्म के 4 पैर जानने। 12,96,000 त्रेता युग की उम्र धर्म के 30 में 3 चरण कहे हैं। उम्र द्वापर की 8,64,000 वर्ष की धर्म के 2 पैर मानने। 4,32,000 वर्ष का कलयुग है, धर्म के 1 पैर में ठहरा हुआ है। दोहरा 1,43,000 वर्ष और बीते 20,000। ਚਾਰਾਂ ਦੀ ਉਮਰ ਇਕੱਠੀ ਕਰਕੇ 43 ਲੱਖ ਤੇ 20,000 ਸਾਲ। एक चौकड़ी युगन की तो को कहयो विचार। ਇੱਕ ਇਹ 4 ਯੁਗਾਂ ਦੀ ਚੌਂਕੜੀ ਬਣ ਜਾਂਦੀ ਹੈ। ਉਹਦੀ ਉਮਰ ਹੁੰਦੀ ਹੈ 43 ਲੱਖ ਸਾਲ ਉੱਤੇ 20,000 ਸਾਲ। ऐसी ऐसी चौकड़ी जुग जब जाए 1000। ਜਦੋਂ ਐਸੀਆਂ 1000 ਚੌਂਕੜੀਆਂ ਬੀਤ ਜਾਂਦੀਆਂ ਨੇ, ਯਾਨੀ 43 ਲੱਖ ਸਾਲ ਤੇ 20,000 ਸਾਲ ਉੱਤੇ ਇੱਕ ਚੌਂਕੜੀ ਹੈ। ਜਦੋਂ ਇਹੋ ਜਿਹੀਆਂ 1000 ਚੌਂਕੜੀਆਂ ਬੀਤ ਜਾਂਦੀਆਂ ਨੇ, ਉਹਨੂੰ 1000 ਨਾਲ ਗੁਣਾ ਕਰ ਲਓ। ठीक है। ब्रह्मा जू को एक दिन तब कहियत निर्धार। ਬ੍ਰਹਮੇ ਦਾ ਇੱਕ ਦਿਨ ਹੁੰਦਾ, ਉਦੋਂ ਬ੍ਰਹਮਾ ਜੀ ਦਾ ਇੱਕ ਦਿਨ ਹੁੰਦਾ। ਹੁਣ ਬ੍ਰਹਮਾ ਜੀ ਦੀ ਕਿੰਨੀ ਉਮਰ ਹੈ ਅੱਗੇ ਦੱਸਣਗੇ। दोहरा जेते युग को दिन कहयो 33 है पुन रात। ਜਿੰਨੇ 1000 ਚੌਂਕੜੀਆਂ ਦਾ ਮਤਲਬ ਇੱਕ ਦਿਨ ਹੈ, ਤੇ 1000 ਚੌਂਕੜੀਆਂ ਦੀ ਫਿਰ ਰਾਤ ਵੀ ਹੁੰਦੀ ਹੈ। ठीक है। ਉਹਦੀ ਰਾਤ ਵੀ ਹੁੰਦੀ ਹੈ। सृष्ट रचे दिन के उदय रात प्रलय होवे जात। ਜਦੋਂ ਦਿਨ ਚੜ੍ਹਦਾ ਉਦੋਂ ਬ੍ਰਹਮਾ ਸ੍ਰਿਸ਼ਟੀ ਬਣਾ ਲੈਂਦਾ, ਜਦੋਂ ਰਾਤ ਹੁੰਦੀ ਉਦੋਂ ਸਮੇਟ ਦਿੰਦਾ। ठीक है। ਹਾਂਜੀ ब्रह्मा ही के दिवस के कल्प कहे सब तात। ਬ੍ਰਹਮਾ ਦੇ ਦਿਨ ਨੂੰ ਕਲਪ ਕਹਿੰਦੇ ਨੇ। ਉਹ ਜਿਹੜਾ ਅੰਦਰ ਕਲਪ ਜਾਮਹ 14 ਇੰਦਰ ਹਵੈ ਰਾਜ ਕਰਤ ਮਿਟ ਜਾਤ। ਉਸ ਬ੍ਰਹਮੇ ਦੇ ਦਿਨ ਵਿੱਚ 14 ਇੰਦਰ ਰਾਜ ਕਰਕੇ ਮਰ ਜਾਂਦੇ ਨੇ। 14 ਇੰਦਰ ਹੋ ਕੇ ਖਤਮ ਹੋ ਜਾਂਦੇ ਨੇ। ਵਰਖ 360 ਕੋ ਇਨ ਦਿਵਸਨ ਕੋ ਹੋਏ। ਜਦੋਂ ਬ੍ਰਹਮਾ ਜੀ ਦੇ ਇਸ ਤਰ੍ਹਾਂ ਦੇ ਦਿਨਾਂ ਦਾ 360 ਦਿਨ ਹੋ ਜਾਂਦਾ, ਠੀਕ ਹੈ ਜੀ, ਤਾਂ ਬ੍ਰਹਮੇ ਦਾ 1 ਸਾਲ ਹੋ ਜਾਂਦਾ। ਜਦੋਂ 360 60 ਦਿਨ ਇਦਾਂ ਦੇ ਹੋ ਜਾਂਦੇ ਨੇ। ਠੀਕ ਹੈ। ਦਿਨ ਰਾਤ ਜਿਹੜਾ ਉਹ ਦੱਸਿਆ। ਠੀਕ ਹੈ। 1 ਸਾਲ ਬਣ ਜਾਂਦਾ। ਅਬ ਆਯੁ ਦਿਵਯ ਸੋ ਵਰਖ ਕੀ ਬ੍ਰਹਮਾ ਜੂ ਕੀ ਜੋਏ। ਹਾਂ, ਫਿਰ ਉਹ ਜਦੋਂ ਉਦਾਂ ਦੇ 100 ਸਾਲ ਹੋ ਜਾਂਦੇ ਨੇ, ਤਾਂ ਬ੍ਰਹਮਾ ਜੀ ਵੀ ਮਰ ਜਾਂਦੇ ਨੇ। ਉਹਨਾਂ ਦੀ ਉਮਰ ਪੂਰੀ ਹੋ ਜਾਂਦੀ ਹੈ। 100 ਉਹਨੂੰ ਦਿਵਯ ਵਰਖ ਕਹਿੰਦੇ ਨੇ। ਆਯੂ ਦਿਵਯ 100 ਵਰਖ ਕੀ ਬ੍ਰਹਮਾ ਜੂ ਕੀ ਜੋਏ। ਇਹ ਜਾਣ ਲਓ। ਬ੍ਰਹਮਾ ਜੂ ਕੇ ਜਨਮ ਤੇ ਪ੍ਰਗਟ ਹੋਤ ਸੰਸਾਰ। ਬ੍ਰਹਮਾ ਦੇ ਜਨਮ ਨਾਲ ਸੰਸਾਰ ਪੈਦਾ ਹੁੰਦਾ। ਹਾਂਜੀ। ਮਹਾਪ੍ਰਲੈ ਹਵਾ ਮਰਨ ਤੇ ਯਹ ਬਾਤ ਨਿਰਤਾਰ। ਜਦੋਂ